स्वागत गल्लां ते की देख रहे सारे दर्शकों का स्वागत करदी हां। मैं हां परमवीर। कहंदे नच्चण वाले दी अड्डी ना रहिंदी, गाउण वाले दा मूँह, बोली मैं पावां नच गिद्धे विच तूं। नच्चण दा किहनूं नहीं शौक हुंदा, मैनूं भी है। घर दे विच कोई भी खुशी होवे, बच्चे दा जन्म होवे, विआह होवे या कोई होवे दिन त्योहार, नच्चना गाउणा ते हुंदा ही है। कोई भी प्रोग्राम डांस तो बिना अधूरा हुंदा है। ਉਹ ਵੀ ਸਮਾਂ ਸੀ ਜਦੋਂ ਆਦ ਮਾਨਵ ਨੇ ਆਪਣੇ ਆਲੇ ਦੁਆਲੇ ਮੋਰ ਨੂੰ ਝੂਮਦਿਆਂ ਹੋਇਆ ਵੇਖਿਆ ਤੇ ਉਹਨੇ ਵੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਣੇ ਮਨ ਦੀ ਖੁਸ਼ੀ ਜਿਹੜੀ ਆ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ। ਕਹਿੰਦੇ ਨੇ ਕਿ ਡਾਂਸ ਦਾ ਜਨਮ ਆਦ ਕਾਲ ਦੇ ਵਿੱਚ ਹੀ ਹੋ ਗਿਆ ਸੀ, ਪਰ ਅੱਜ ਟੈਕਨੋਲੋਜੀ ਦਾ ਸਮਾਂ ਹੈ। ਹਰ ਕੋਈ ਜਿਹਨੂੰ ਥੋੜਾ ਜਿਹਾ ਵੀ ਡਾਂਸ ਆਉਂਦਾ ਹੈ ਨਾ, ਉਹ ਆਪਣੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦਾ ਹੈ ਤੇ ਮਸ਼ਹੂਰ ਹੋ ਜਾਂਦਾ ਹੈ। ਪਰ ਜ਼ਰੂਰੀ ਹੈ ਕਲਾ ਨੂੰ ਉਭਾਰਨ ਵਾਸਤੇ ਟੀਚਰਸ ਦਾ ਜ਼ਿੰਦਗੀ 'ਚ ਹੋਣਾ, ਗੁਰੂਆਂ ਦਾ ਹੋਣਾ। ਤੇ ਉਹਦੇ ਵਾਸਤੇ ਕੀ ਹੋਇਆ ਕਿ ਸਕੂਲਾਂ ਕਾਲਜਾਂ ਦੇ ਵਿੱਚ ਡਾਂਸ ਨੂੰ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਣ ਲੱਗਾ ਤੇ ਜਿਨ੍ਹਾਂ ਨੇ ਇਹਦੇ ਵਿੱਚ ਮਹਾਰਤ ਹਾਸਿਲ ਕੀਤੀ ਹੈ, ਜਿਹੜੇ ਦਿੱਗਜ ਹੋਏ ਨੇ, ਜਿਨ੍ਹਾਂ ਨੇ ਗ੍ਰੰਥ ਪੜ੍ਹੇ ਨੇ, ਕਿਤਾਬਾਂ ਪੜ੍ਹੀਆਂ ਹੈ, PhD ਕੀਤੀ ਹੈ, ਉਹਨਾਂ ਦਾ ਕਹਿਣਾ ਹੈ ਕਿ ਡਾਂਸ ਇੱਕ ਇਹੋ ਜਿਹੀ ਕਲਾ ਹੈ ਜਿਹਦੀ ਗਹਿਰਾਈ ਸਮੁੰਦਰ ਦੇ ਵਾਂਗ ਹੈ। ਇਹਦਾ ਜਿੰਨਾ ਅਸੀਂ ਗਿਆਨ ਲੈਂਦੇ ਜਾ ਰਹੇ ਹਾਂ ਉਨਾ ਘੱਟ ਹੈ, ਕਿਉਂਕਿ ਇਹਦਾ ਕੋਈ ਅੰਤ ਨਹੀਂ ਹੈ। ਅਸੀਂ ਇੱਕ ਚੀਜ਼ ਸਿੱਖਦੇ ਹਾਂ ਤੇ ਦੂਸਰੀ ਆਪਣੇ ਆਪ ਬਣ ਜਾਂਦੀ ਹੈ, ਜਦੋਂ ਦੂਸਰੀ ਸਿੱਖਦੇ ਹਾਂ ਤੇ ਤੀਸਰੀ ਬਣ ਜਾਂਦੀ ਹੈ। ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਖੇਤਰ ਦੇ ਸੱਭਿਆਚਾਰ ਨੂੰ ਜਾਣਨਾ ਹੋਵੇ ਤੇ ਉੱਥੋਂ ਦਾ ਲੋਕ ਨਾਚ ਵੇਖ ਲਓ। ਤੇ ਸਾਡੇ ਜਿਹੜੇ ਦਰਸ਼ਕ ਨੇ ਉਹ ਲੋਕ ਨਾਚ ਜਿਹੜੇ ਪੰਜਾਬ ਦੇ ਨੇ ਉਹਨਾਂ ਤੋਂ ਤੇ ਚੰਗੀ ਤਰ੍ਹਾਂ ਜਾਣੂ ਹੈ, ਕਿਉਂਕਿ ਸਮੇਂ-ਸਮੇਂ ਤੇ ਅਸੀਂ ਉਹਨਾਂ ਨੂੰ ਗਿੱਧਾ, ਭੰਗੜਾ, ਲੁੱਡੀ, ਮਲਵਈ ਗਿੱਧਾ ਸਭ ਦੂਰਦਰਸ਼ਨ ਤੇ ਵਿਖਾਉਂਦੇ ਹਾਂ। ਪਰ ਹੋਰ ਕਿਹੜੇ ਡਾਂਸ ਨੇ, ਕਿਹੜੀਆਂ ਫਾਰਮਸ ਨੇ, ਕੀ ਇਹਦੇ ਵਿੱਚ ਸਕੋਪ ਹੈ, ਕਿੱਥੇ ਦੀ ਸਿਖਲਾਈ ਹੈ, ਅੱਜ ਦੇ ਦਿਨ ਅਸੀਂ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਕਰਨੀਆਂ ਉਹ ਗੱਲਾਂ, ਕਿਉਂਕਿ ਅੱਜ ਦਾ ਦਿਨ ਬੜਾ ਹੀ ਖਾਸ ਹੈ। ਅੱਜ ਹੈ ਇੰਟਰਨੈਸ਼ਨਲ ਡਾਂਸ ਡੇ, ਜਿਹਦੀ ਸਥਾਪਨਾ 1982 ਦੇ ਵਿੱਚ ਯੂਨੈਸਕੋ ਵੱਲੋਂ ਹੋਈ ਔਰ 29 ਅਪ੍ਰੈਲ ਦਾ ਦਿਨ ਇਸ ਕਰਕੇ ਰੱਖਿਆ ਕਿਉਂਕਿ ਅੱਜ ਦੇ ਦਿਨ ਜੀਨ ਜਾਰਜ ਨੋਵਰੇ ਦਾ ਜਨਮ ਦਿਨ ਹੈ, ਜਿਨ੍ਹਾਂ ਨੂੰ ਆਧੁਨਿਕ ਬੈਲੇ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ। ਤੇ ਆਓ ਫਿਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਤੇ ਤੁਹਾਨੂੰ ਆਪਣੇ ਮਾਹਿਰ ਮਹਿਮਾਨ ਦੇ ਨਾਲ ਰੂਬਰੂ ਕਰਵਾ ਦਈਏ। ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਮਿੱਕੀ ਵਰਮਾ ਜੀ, ਜੋ ਕਿ APJ ਕਾਲਜ ਆਫ ਫਾਈਨ ਆਰਟਸ ਜਲੰਧਰ ਤੋਂ ਡਾਂਸ ਡਿਪਾਰਟਮੈਂਟ ਵਿੱਚ ਐਜ਼ ਅ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਯੂਨੈਸਕੋ ਦੇ ਇਹ ਮੈਂਬਰ ਨੇ। ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਇੰਟਰਨੈਸ਼ਨਲ ਅਵਾਰਡੀ ਨੇ, ਵਿਨਰ ਰਹੇ ਨੇ ਕਲਾਸੀਕਲ ਡਾਂਸ ਤੇ ਫੋਕ ਡਾਂਸ ਦੇ ਵਿੱਚ। ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਧੰਨਵਾਦ ਬਹੁਤ-ਬਹੁਤ। ਸਭ ਤੋਂ ਪਹਿਲਾਂ ਤਾਂ ਮੈਂ ਦੂਰਦਰਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ, ਜਿਨ੍ਹਾਂ ਨੇ ਅੱਜ ਇਸ ਵਿਸ਼ੇਸ਼ ਮੌਕੇ ਤੇ ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਮੈਂ ਆਪਣੇ ਵਿਚਾਰ ਦਰਸ਼ਕਾਂ ਤੱਕ ਪਹੁੰਚਾ ਸਕਾਂਗੀ, ਜਿਹੜੇ ਕਿ ਇਸ ਦਿਨ ਤੋਂ ਵੰਜਿਤ ਨੇ, ਜਿਨ੍ਹਾਂ ਨੂੰ ਨਹੀਂ ਪਤਾ ਕਿ ਇਸ ਦਿਨ ਦੀ ਅਹਿਮੀਅਤ ਕੀ ਹੈ, ਤੇ ਅਸੀਂ ਉਸ ਟੌਪਿਕ ਤੇ ਅੱਜ ਗੱਲ ਕਰ ਸਕਾਂਗੇ। ਜੀ, ਤੇ ਤੁਹਾਨੂੰ ਵੀ ਇਸ ਦਿਨ ਦੀ ਬਹੁਤ-ਬਹੁਤ ਮੁਬਾਰਕ, ਕਿਉਂਕਿ ਤੁਸੀਂ ਵੀ ਇਸ ਵਿਸ਼ੇ ਦੇ ਨਾਲ ਜੁੜੇ ਹੋ। ਬਿਲਕੁਲ ਜੀ। ਔਰ ਇਤਿਹਾਸ ਬਾਰੇ ਜਿਹੜੀ ਆ ਆਦ ਕਾਲ ਤੋਂ ਇਹਦਾ ਇਤਿਹਾਸ ਸ਼ੁਰੂ ਹੋ ਗਿਆ ਸੀ। ਜਿਹੜਾ ਆਦ ਮਾਨਵ ਸੀ ਉਹਨੇ ਨਾਚ ਦੀ ਜਿਹੜੀ ਹੈ ਮੋਰ ਤੋਂ ਦੇਖ ਕੇ ਜਿਹੜੀ ਹੈ ਸ਼ੁਰੂਆਤ ਕੀਤੀ ਜਿਹੜੀ ਡਾਂਸ ਦੀ। ਬਿਲਕੁਲ। ਤੇ ਤੁਹਾਡੇ ਤੋਂ ਅਸੀਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਸ਼ਬਦਾਂ ਵਿੱਚ ਹੋਰ ਇਹਦਾ ਕੀ ਇਤਿਹਾਸ ਹੈ, ਕੀ ਇਹ ਡਾਂਸ ਤੇ ਕੀ ਹੈ ਇਹਦਾ ਇਤਿਹਾਸ? ਦੇਖੋ ਪਰਮ, ਜੇ ਤੁਸੀਂ ਕਹੋ ਕਿ ਡਾਂਸ ਕੀ ਹੈ, ਡਾਂਸ ਤਾਂ ਸਾਡੇ ਅੰਦਰ ਆਤਮਾ ਦੀ ਖੁਸ਼ੀ ਹੈ ਜੀ। ਜਦੋਂ ਵੀ ਆਪਾਂ ਖੁਸ਼ ਹੁੰਦੇ ਹਾਂ, ਸਾਡੀਆਂ ਜਿਹੜੇ ਐਕਸਪ੍ਰੈਸ਼ਨ, ਸਾਡੀ ਜਿਹੜੀਆਂ ਫੀਲਿੰਗਸ ਹੈ, ਉਹ ਡਾਂਸ ਦੇ ਦੁਆਰਾ ਅਸੀਂ ਪ੍ਰਸਤੁਤ ਕਰ ਸਕਦੇ ਹਾਂ ਜੀ। ਪਹਿਲਾਂ ਈਸ਼ਵਰ ਆਰਾਧਨਾ ਦੇ ਲਈ ਡਾਂਸ ਨੂੰ ਮੰਨਿਆ ਜਾਂਦਾ ਸੀ। ਕਹਿੰਦੇ ਸੀ ਕਿ ਜੇ ਤੁਸੀਂ ਪਰਮਾਤਮਾ ਦੇ ਨਾਲ ਜੁੜ ਜਾਂਦੇ ਹੋ ਤਾਂ ਤੁਹਾਡਾ ਆਪਣੇ ਆਪ ਹੀ ਡਾਂਸ ਕਰਨ ਨੂੰ ਦਿਲ ਕਰਦਾ ਹੈ। ਹੌਲੀ ਹੌਲੀ ਜਿਹੜਾ ਦਰਬਾਰਾਂ ਦੇ ਵਿੱਚ ਆ ਗਿਆ ਡਾਂਸ, ਫਿਰ ਉਹਦਾ ਜਿਹੜਾ ਲੈਵਲ ਸੀ ਉਹ ਥੋੜਾ ਨੀਚ ਸਤਰ ਦਾ ਹੋ ਗਿਆ। ਲੋਕ ਨਹੀਂ ਸੀ ਚਾਹੁੰਦੇ ਕਿ ਉਹ ਆਪਣੇ ਬੱਚਿਆਂ ਨੂੰ ਇਸ ਵਿਸ਼ੇ ਦੇ ਨਾਲ ਜੋੜਨ, ਕਿਉਂਕਿ ਉਹਨਾਂ ਨੂੰ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਜਦੋਂ ਬਾਅਦ ਦੇ ਵਿੱਚ ਇਹਨੂੰ ਸਕੂਲ ਕਾਲਜਿਸ ਦੇ ਵਿੱਚ ਜਾਂ TV ਦੇ ਉੱਤੇ ਲਿਆਂਦਾ ਗਿਆ ਤਾਂ ਇਹਦਾ ਸਤਰ ਫਿਰ ਤੋਂ ਦੁਬਾਰਾ ਅਸੀਂ ਦੇਖਣ ਨੂੰ ਮਿਲਦਾ ਹੈ ਕਿ ਕਾਫੀ ਉੱਚ ਹੋ ਗਿਆ ਹੈ। ਤੇ ਜਿਹੜੀ ਹਿਸਟਰੀ ਦੇ ਲਈ ਕਹੀਏ, ਸਾਡੇ ਅੰਗਾਂ ਦੀ ਜਿਹੜੀ ਪ੍ਰਤਿਮਾ, ਉਹ ਸਾਰੇ ਬੋਡੀ ਜੈਸਚਰਸ ਜਿਹੜੇ ਹੈਗੇ ਨੇ ਉਹ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕਰਦੇ ਨੇ ਡਾਂਸ ਨੂੰ। ਔਰ ਉਹਦੇ ਨਾਲ ਸਾਡਾ ਐਕਸਪ੍ਰੈਸ਼ਨਲ ਪਾਰਟ ਜਿਹੜਾ ਹੈਗਾ, ਸਾਡੀਆਂ ਮੂਵਮੈਂਟਸ ਹੈ, ਇਹ ਸਭ ਚੀਜ਼ਾਂ ਡਾਂਸ ਦੇ ਨਾਲ ਜੁੜੀਆਂ ਹੋਈਆਂ ਨੇ ਜੀ। ਤੇ ਜੇ ਤੁਹਾਡੇ ਤੋਂ ਜਾਣਨਾ ਚਾਹੀਏ ਕਿ ਅੱਜ ਦੇ ਦਿਨ ਦਾ ਜਿਹੜਾ ਕੀ ਉਦੇਸ਼ ਹੈ, ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਉਸ ਉਦੇਸ਼ ਤੇ ਖਰੇ ਉਤਰੇ ਹਾਂ? ਜੇ ਅਸੀਂ ਕਹੀਏ ਕਿ ਅੱਜ ਦੇ ਦਿਨ ਦੀ ਮਹੱਤਤਾ ਕੀ ਹੈ, ਮਹੱਤਤਾ ਦੇਖੋ, ਅਗਰ ਤੁਸੀਂ ਦੇਖਦੇ ਹੋ ਕਿ 29 ਅਪ੍ਰੈਲ ਇੰਟਰਨੈਸ਼ਨਲ ਡਾਂਸ ਡੇ ਦੇ ਤੌਰ ਤੇ ਸੈਲੀਬ੍ਰੇਟ ਕੀਤਾ ਜਾਂਦਾ ਹੈ, ਉਹਦਾ ਇੱਕ ਵਿਸ਼ੇਸ਼ ਮਹੱਤਵ ਹੈ ਜੀ। ਕਹਿੰਦੇ ਕਿ ਅਗਰ ਦੇਖੀਏ ਤਾਂ ਜਾਰਜ ਜੀ ਦਾ ਕਹਿਣਾ ਇਹ ਸੀਗਾ ਕਿ ਅਸੀਂ ਇਸ ਦਿਨ ਤੇ ਸਭ ਨੂੰ ਆਪਸ ਦੇ ਵਿੱਚ ਜੋੜੀਏ, ਸਾਡੀ ਆਪਸ ਦੇ ਵਿੱਚ ਡਾਂਸ ਦੀ ਐਕਸਚੇਂਜ ਪ੍ਰੋਗਰਾਮਸ ਹੋਣੇ ਚਾਹੀਦੇ ਨੇ, ਅਸੀਂ ਇੱਕ ਦੂਜੇ ਦੇ ਕਲਚਰ ਨੂੰ ਸਮਝੀਏ, ਉਹਨਾਂ ਦੇ ਪਹਿਰਾਵੇ ਨੂੰ ਸਮਝੀਏ। ਇਸ ਕਰਕੇ ਉਹਨਾਂ ਨੇ ਇੰਪੋਰਟੈਂਸ ਇਸ ਡੇ ਨੂੰ ਇਸ ਕਰਕੇ ਉਹਨਾਂ ਦੇ ਜਨਮ ਦਿਨ ਤੇ ਮਨਾਈ, ਉਹਨਾਂ ਦਾ
ਮੇਨ ਮੁੱਦਾ ਜਿਹੜਾ ਸੀ ਉਹ ਚਾਹੁੰਦੇ ਸੀ ਹਰ ਬੱਚੇ ਨੂੰ ਇਸ ਕਲਚਰ ਡਾਂਸ ਦੇ ਨਾਲ ਜੋੜਿਆ ਜਾਵੇ ਜੀ। ਇਹ ਉਹਨਾਂ ਦਾ ਵਿਸ਼ੇਸ਼ ਜਿਹੜਾ ਪਰਪਸ ਸੀਗਾ ਇਸ ਡੇ ਦੇ ਸੈਲੀਬ੍ਰੇਟ ਕਰਨ ਦਾ, ਇਹੀ ਹੈ। ਕਾਫੀ ਹੱਦ ਤੱਕ ਅੱਜ ਅਸੀਂ ਖਰੇ ਉਤਰੇ ਹਾਂ, ਖਰੇ ਵੀ ਉਤਰੇ ਆ। ਸਾਨੂੰ ਹੋਰ ਵੀ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ, ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣ ਦੀ ਜ਼ਰੂਰਤ ਹੈ ਕਿ ਅਸੀਂ ਇਸ ਫੀਲਡ ਦੇ ਵਿੱਚ ਕੀ ਕੁਝ ਕਰ ਸਕਦੇ ਹਾਂ। ਉਹ ਬੱਚਿਆਂ ਦੇ ਵਿੱਚ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਇਹੋ ਜਿਹੇ ਪ੍ਰੋਗਰਾਮਸ ਦੇ ਨਾਲ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਘਰ ਕਰ ਜਾਏਗੀ ਕਿ ਅਸੀਂ ਇਸ ਫੀਲਡ ਦੇ ਵਿੱਚ ਵੀ ਬਹੁਤ ਅੱਗੇ ਵੱਧ ਸਕਦੇ ਹਾਂ। ਜੀ ਬਿਲਕੁਲ। ਔਰ ਤੁਸੀਂ ਪੁਰਾਤਨ ਸਮੇਂ ਦੀ ਗੱਲ ਕੀਤੀ ਤੇ ਕਿੰਨੀਆਂ ਕੁ ਤਬਦੀਲੀਆਂ ਦੇਖਣ ਨੂੰ ਤੁਹਾਨੂੰ ਮਿਲੀਆਂ, ਕਿਉਂਕਿ ਕਾਫੀ ਅਰਸੇ ਤੋਂ ਤੁਸੀਂ ਜਿਹੜਾ ਹੈ ਟੀਚਿੰਗ ਲਾਈਨ 'ਚ ਜੁੜੇ ਹੋਏ ਹੋ, ਕਿਹੜੀਆਂ ਤਬਦੀਲੀਆਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਡਾਂਸ ਦੇ ਵਿੱਚ? ਦੇਖੋ, ਜੇ ਦੇਖਿਆ ਜਾਵੇ ਤਾਂ ਪਹਿਲੇ ਸਮੇਂ ਦੇ ਵਿੱਚ ਜਿਹੜਾ ਡਾਂਸ ਸੀਗਾ ਉਹ ਸਾਡੇ ਘਰਾਂ ਤੱਕ ਜਾਂ ਪਰਿਵਾਰਾਂ ਤੱਕ ਹੀ ਸੀਮਿਤ ਸੀ। ਹੁਣ ਉਹਨੂੰ ਮੰਚ ਮਿਲ ਗਿਆ। ਮੰਚ ਮਿਲਣ ਦੇ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਐਕਸਪੋਜ਼ਰ ਮਿਲ ਰਿਹਾ ਹੈ। ਉਹ ਆਪਣੇ ਫੀਲਡ ਦੇ ਵਿੱਚ ਅੱਗੇ ਵੱਧ ਕੇ ਆ ਰਹੇ ਹੈ, ਆਪਣਾ ਜਿਹੜਾ ਟੈਲੈਂਟ ਹੈ ਉਹਨੂੰ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਕਰ ਸਕਦੇ ਆ, ਇਸ ਫੀਲਡ ਦੇ ਵਿੱਚ ਮਹਾਰਤ ਹਾਸਲ ਕਰ ਸਕਦੇ ਨੇ। ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੁਝ ਨਾ ਕੁਝ ਇਸ ਮੌਕੇ ਦੇ ਉੱਤੇ ਇਹ ਵੀ ਦੇਖਣਾ ਚਾਹੀਦਾ ਕਿ ਅਸੀਂ ਇਸ ਫੀਲਡ ਨੂੰ ਅੱਗੇ ਵਧਾਉਣ ਲਈ ਹੋਰ ਕੀ ਐਫਰਟਸ ਕਰ ਸਕਦੇ ਹਾਂ ਤੇ ਕੀ ਸਾਨੂੰ ਆਪਣੇ ਸਬਜੈਕਟ ਦੇ ਨਾਲ ਜੁੜ ਕੇ ਹੋਰ ਅੱਗੇ ਵਧਾਉਣ ਦੇ ਲਈ ਕੀ ਐਫਰਟਸ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਜੀ, ਜਿਵੇਂ ਕਿ ਮੈਂ ਗੱਲ ਕੀਤੀ ਕਿ ਜਿਹੜੇ ਪੰਜਾਬ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਪੰਜਾਬ ਦੇ ਸਾਡੇ ਸਾਰੇ ਦਰਸ਼ਕ ਹੈ ਪੰਜਾਬ ਦੇ ਲੋਕ ਨਾਚਾਂ ਤੋਂ ਤੇ ਚੰਗੀ ਤਰ੍ਹਾਂ ਵਾਕਿਫ ਨੇ, ਕਿਉਂਕਿ ਅਸੀਂ ਵਿਖਾਉਂਦੇ ਰਹਿੰਦੇ ਹਾਂ ਉਹਨਾਂ ਨੂੰ ਦੂਰਦਰਸ਼ਨ ਤੇ। ਤੇ ਹੋਰ ਕਿਹੜੇ ਡਾਂਸ ਫਾਰਮਸ ਨੇ ਪੰਜਾਬ ਦੇ ਵਿੱਚ ਵੀ, ਲੋਕ ਨਾਚ ਤੋਂ ਇਲਾਵਾ ਕਿਹੜੀਆਂ ਡਾਂਸ ਫਾਰਮਸ ਹੈ, ਉਹ ਸਾਡੇ ਦਰਸ਼ਕਾਂ ਨੂੰ ਤੁਸੀਂ ਸਾਂਝੀਆਂ ਕਰੋ। ਕਲਾਸੀਕਲ ਡਾਂਸ ਦੀਆਂ ਅਗਰ ਆਪਾਂ ਗੱਲਬਾਤ ਕਰੀਏ, ਸ਼ਾਸਤਰੀ ਨ੍ਰਿਤ ਦੇ ਵਿੱਚ 6 ਡਾਂਸ ਫਾਰਮਸ ਹੈਗੀਆਂ ਨੇ। ਕੱਥਕ, ਭਰਤਨਾਟਿਅਮ, ਮਨੀਪੁਰੀ, ਉੜੀਸੀ, ਕੁਚੀਪੁੜੀ, ਕਥਕਲੀ। ਇਹ ਡਾਂਸ ਫਾਰਮਸ ਐਸੀਆਂ ਜਿਹੜੇ ਵਿੱਚ ਰੂਲ ਐਂਡ ਰੈਗੂਲੇਸ਼ਨਸ ਨੇ, ਕਿਉਂਕਿ ਇਹ ਸ਼ਾਸਤਰੀ ਨ੍ਰਿਤ ਨੇ। ਇਹਨਾਂ ਦੇ ਵਿੱਚ ਇੱਕ ਗੁਰੂ ਸ਼ਿਸ਼ਯ ਪਰੰਪਰਾ ਚੱਲੀ ਆ ਰਹੀ ਹੈ, ਰੂਲ ਐਂਡ ਰੈਗੂਲੇਸ਼ਨਸ ਹੈਗੇ ਨੇ। ਜਿੰਨੇ ਵੀ ਫੋਕ ਡਾਂਸਿਸ ਹੈ ਤੁਸੀਂ ਦੇਖ ਸਕਦੇ ਹੋ, ਉਹ ਸਾਡੇ ਪਹਿਰਾਵੇ, ਸਾਡੇ ਰੀਤੀ ਰਿਵਾਜ ਤੇ ਸਾਡੇ ਬਿਹੇਵੀਅਰ ਦੇ ਨਾਲ ਜੁੜੇ ਹੋਏ ਨੇ। ਠੀਕ ਹੈ। ਤੇ ਹੁਣ ਤੁਸੀਂ ਗੱਲ ਕਰੀਏ ਪੰਜਾਬ ਦੇ ਫੋਕ ਡਾਂਸਿਸ ਦੇ ਵਿੱਚ, ਤੁਸੀਂ ਸਭ ਜਾਣਦੇ ਹੀ ਹੋ ਗਿੱਧਾ, ਭੰਗੜਾ, ਸੰਮੀ, ਲੁੱਡੀ, ਝੂਮਰ, ਇਹ ਸਾਰੇ ਸਾਡੇ ਪੰਜਾਬ ਦੇ ਫੋਕ ਡਾਂਸਿਸ ਨੇ। ਇਸ ਤੋਂ ਇਲਾਵਾ ਤੁਸੀਂ ਹਰਿਆਣਾ ਜਾਓਗੇ ਤਾਂ ਤੁਹਾਨੂੰ ਉੱਥੇ ਡਾਂਸ ਦੇਖਣ ਨੂੰ ਮਿਲੇਗਾ, ਉੱਥੇ ਦਾ ਕਲਚਰ ਦੇਖਣ ਨੂੰ ਮਿਲੇਗਾ। ਜਿਵੇਂ ਅਸੀਂ ਦੇਖੀਏ ਕਿ ਰਾਜਸਥਾਨ ਦਾ ਜਿਹੜਾ ਕਲਚਰ ਹੈ ਉਹ ਡਾਂਸ ਦੇ ਲਈ ਕਮਾਲ ਹੈ। ਉਹਦੇ ਵਿੱਚ ਇੰਨੀਆਂ ਡਾਂਸ ਫਾਰਮਸ ਨੇ ਜਿਹਦੇ ਵਿੱਚ ਉਹ ਆਪਣੀ ਹਰ ਇੱਕ ਤਿਉਹਾਰ ਦੇ ਨਾਲ ਡਾਂਸ ਨੂੰ ਜੋੜਿਆ ਹੋਇਆ ਉਹਨਾਂ ਨੇ। ਤੁਸੀਂ ਉੱਥੇ ਦੇਖੋ ਭਵਈ ਡਾਂਸ ਹੈ, ਚਿਰਮੀ ਡਾਂਸ ਹੈ, 13 ਤਾਲੀ ਡਾਂਸ ਹੈ। ਉਹ ਡਾਂਸਿਸ ਇਹੋ ਜਿਹੇ ਨੇ ਜਿਹੜੇ ਆਪਣੇ ਕਲਚਰ ਨੂੰ ਬਹੁਤ ਰਿਚਲੀ ਪ੍ਰੈਜ਼ੈਂਟ ਕਰਦੇ ਨੇ। ਤੇ ਐਦਾਂ ਹੀ ਹੁਣ ਤੁਸੀਂ ਵੈਸਟਰਨ ਦੇਖ ਲਓ। ਹਾਲਾਂਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਤੁਸੀਂ ਦੇਖੋ, ਅਗਰ ਉਹਨਾਂ ਦਾ ਥੋੜਾ ਜਿਹਾ ਰੁਝਾਨ ਜ਼ਿਆਦਾ ਵੈਸਟਰਨ ਵੱਲ ਇਸ ਕਰਕੇ ਜਾ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਬਾਲੀਵੁੱਡ ਦੇ ਸੌਂਗਸ ਤੇ ਡਾਂਸ ਕਰਾਂਗੇ ਤਾਂ ਅਸੀਂ ਸਟਾਰ ਬਣ ਜਾਵਾਂਗੇ। ਲੇਕਿਨ ਮੈਨੂੰ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਬੱਚੇ ਵੈਸਟਰਨ ਵੱਲ ਜਾ ਰਹੇ ਆ ਉਸ ਦੇ ਵਿੱਚ ਕੋਈ ਕਮੀ ਨਹੀਂ ਹੈ, ਲੇਕਿਨ ਤੁਹਾਨੂੰ ਤੁਹਾਡੇ ਸ਼ਾਸਤਰੀ, ਤੁਹਾਡੀ ਪਹਿਚਾਨ ਦੀ ਹੋਣੀ ਬਹੁਤ ਜ਼ਰੂਰੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਬੁਨਿਆਦ ਹੈ ਉਹ ਸ਼ਾਸਤਰੀ ਨ੍ਰਿਤ ਤੋਂ ਹੀ ਆਣੀ ਹੈ। ਤੇ ਜਿਹੜੀਆਂ ਡਾਂਸ ਫਾਰਮਸ ਨੇ ਉਹ ਪਹਿਲਾਂ ਤੁਹਾਨੂੰ ਥੋੜੀਆਂ ਜਿਹੀਆਂ ਬੇਸਿਕਸ, ਜਿੱਥੇ ਦੀ ਵੀ ਜਿਸ ਸਟੇਟ ਦੇ ਵਿੱਚ ਵੀ ਤੁਸੀਂ ਰਹਿ ਰਹੇ ਹੋ ਉੱਥੇ ਦੀਆਂ ਬੇਸਿਕ ਡਾਂਸ ਫਾਰਮ ਦੀ ਜਿਹੜੀ ਸ਼ਾਸਤਰੀ ਨ੍ਰਿਤ ਹੈ ਉਹਨੂੰ ਸਿੱਖਣਾ ਬਹੁਤ ਜ਼ਰੂਰੀ ਹੈ। ਸੱਭਿਆਚਾਰ ਜਿਹੜਾ ਹੈ ਉਹ ਸਾਡਾ ਦਰਸਾਉਂਦੇ ਜਿਹੜੇ ਡਾਂਸ ਆਪਾਂ ਦੇਖਦੇ ਹਾਂ ਲੋਕ ਨਾਚ, ਕੀ ਕਹਿਣਾ ਚਾਹੋਗੇ ਇਹਨਾਂ ਦਾ ਆਪਸ ਦੇ ਵਿੱਚ ਕਿੰਨਾ ਕੁ ਸੰਬੰਧ ਹੈ? ਕੀ ਸੱਭਿਆਚਾਰ ਤੋਂ ਬਾਅਦ ਡਾਂਸ ਬਣਿਆ ਜਾਂ ਫਿਰ ਡਾਂਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੱਭਿਆਚਾਰ ਬਣਿਆ? ਦੇਖੋ ਪਰਮ, ਇਹਦੇ ਵਿੱਚ ਸੱਭਿਆਚਾਰ ਦੇ ਨਾਲ ਨਾਲ ਹੀ ਡਾਂਸ ਚੱਲਿਆ। ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਹੁਣ ਕਈ ਵਾਰੀ ਹਰਸ਼, ਸ਼ੋਕ, ਜਿਹੜੀਆਂ ਸਾਡੀਆਂ ਫੀਲਿੰਗਸ ਨੇ ਉਹ ਹੁਣ ਕਦੇ ਅਸੀਂ ਦੇਖਦੇ ਹਾਂ ਕਿ ਸਾਡੇ ਘਰ ਦੇ ਵਿੱਚ ਕੋਈ ਬੱਚੇ ਦਾ ਜਨਮ ਹੁੰਦਾ ਹੈ, ਕੋਈ ਵਿਆਹ ਹੁੰਦਾ ਹੈ, ਉਹਦੇ ਨਾਲ ਹੀ ਉਹ ਡਾਂਸ ਫਾਰਮਸ ਡਿਵੈਲਪ ਹੁੰਦੀਆਂ ਚੱਲੀਆਂ ਗਈਆਂ। ਜਿਵੇਂ ਸਾਡੀਆਂ ਬੋਲੀਆਂ ਨੇ ਉਹ ਇੰਨੀਆਂ ਜ਼ਿਆਦਾ ਰਿਲੇਟਡ ਹੁੰਦੀਆਂ ਕਿ ਅਸੀਂ ਕਿਸ ਓਕੇਜ਼ਨ ਤੇ ਉਹ ਬੋਲੀ ਬੋਲਣੀ ਹੈ ਨਾ। ਕਿ ਕਈ ਵਾਰੀ ਅਸੀਂ ਸੱਸ ਨੂੰ ਤਾਨਾ ਮਾਰਨ ਦੇ ਲਈ ਕਿੱਦਾਂ ਦੀ ਬੋਲੀ ਲੈਂਦੇ ਆ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਲਚਰ ਦੇ ਨਾਲ ਨਾਲ ਡਿਵੈਲਪ ਹੋਈਆਂ। ਤੇ ਮੈਨੂੰ ਲੱਗਦਾ ਇਹਨਾਂ ਦਾ ਆਪਸ ਦੇ ਵਿੱਚ ਬਹੁਤ ਗਹਿਰਾ ਸੰਬੰਧ ਹੈ। ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਜਿਹੜੀਆਂ ਹੈਗੀਆਂ ਨੇ ਅੱਗੇ ਵਧਦੀਆਂ ਚਲੀਆਂ ਜਾ ਰਹੀਆਂ। ਸੱਭਿਆਚਾਰ ਦੇ ਵਿੱਚ ਰਹਿ ਕੇ ਹੀ ਅਸੀਂ ਆਪਣੇ ਡਾਂਸ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਜਿਹੜੀ ਮਰਿਆਦਾ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੇ ਕਲਚਰ ਨੂੰ, ਆਪਣੇ ਹੈਰੀਟੇਜ ਨੂੰ ਇੱਕ ਰਿਚ ਦਿਖਾ ਸਕੀਏ। ਕਿਉਂਕਿ ਜਦੋਂ ਜੇ ਗੱਲ ਕੀਤੀ ਹੈ ਬੋਲੀ ਦੀ, ਤੇ ਬੋਲੀ ਵਿੱਚ ਉਹਦੇ ਵਿੱਚ ਬੋਲ ਚਾਲ ਦਾ ਪਤਾ ਚੱਲੇਗਾ, ਜਦੋਂ ਅਸੀਂ ਪਰਫਾਰਮ ਕਰਦੇ ਹਾਂ ਤੇ ਸਾਡੇ ਪਹਿਰਾਵੇ ਦਾ ਪਤਾ ਚੱਲੇਗਾ, ਔਰ ਰਹਿਣ ਸਹਿਣ ਦਾ ਪਤਾ ਚੱਲੇਗਾ, ਰਿਸ਼ਤਿਆਂ ਦੇ ਬਾਰੇ ਪਤਾ ਚੱਲੇਗਾ, ਖਾਣ ਪੀਣ ਦੀਆਂ ਗੱਲਾਂ ਦੇ ਬਾਰੇ। ਹੁਣ ਤੁਸੀਂ ਦੇਖੋ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਇੰਨਾ ਕੁ, ਕਿਉਂਕਿ ਪੰਜਾਬ ਦੇ ਵਿੱਚ ਜਰਾ ਜੋਸ਼ ਜ਼ਿਆਦਾ ਹੈ ਤਾਂ ਤੁਸੀਂ ਭੰਗੜੇ ਦੇ ਵਿੱਚ ਉਹ ਚੀਜ਼ ਬਹੁਤ ਅੱਛੀ ਤਰ੍ਹਾਂ ਦੇਖ ਸਕਦੇ ਹੋ ਕਿ ਉਹ ਮੁੰਡੇ ਕਿੰਨੇ ਜਵਾਨ ਗੱਭਰੂ ਬਹੁਤ ਸੋਹਣੀ ਤਰ੍ਹਾਂ ਆਪਣੀ ਵੀਰਤਾ ਨੂੰ ਦਿਖਾਉਂਦੇ ਹੋਏ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਨੇ। ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਡਾਂਸ ਕਰਦੇ ਨਾ ਉਹਨਾਂ ਦੀ ਉਮਰ
ਵੱਧ ਜਾਂਦੀ ਹੈ ਕਿਉਂਕਿ ਉਹ ਜਿਹੜੇ ਫਿਜ਼ੀਕਲੀ ਹੁੰਦੇ ਨਾ ਮੇਨਟੇਨ ਹੁੰਦੇ ਆ ਔਰ ਫਿਟ ਹੁੰਦੇ ਆ, ਤੇ ਫਿਜ਼ੀਕਲੀ ਮੇਨਟੇਨ ਹੋਣ ਦੇ ਨਾਲ ਨਾਲ ਦਿਮਾਗੀ ਤੌਰ ਤੇ ਕਿੰਨੇ ਕੁ ਫਰੈਸ਼ ਰਹਿੰਦੇ ਆ, ਕਿੰਨੇ ਕੁ ਸਵਸਥ ਰਹਿੰਦੇ ਆ, ਇਹ ਦੱਸਣਾ ਚਾਹੁੰਦੀ। ਇਹ ਗੱਲ ਬਹੁਤ ਇੰਪੋਰਟੈਂਟ ਹੈ। ਅੱਜ ਕੱਲ ਤੁਸੀਂ ਦੇਖੋ ਕਿ ਹਰ ਪੇਰੈਂਟਸ ਜਿਹੜੇ ਆ ਉਹ ਚਾਹੁੰਦੇ ਆ ਕਿ ਸਾਡਾ ਬੱਚਾ 1 ਘੰਟੇ ਵਾਸਤੇ ਸ਼ਾਮੀ ਕਿਸੇ ਕਲਾਸ ਤੇ ਜਾਵੇ, ਡਾਂਸ ਕਲਾਸ ਤੇ। ਉਹਦਾ ਕਾਰਨ ਕੀ ਹੈ? ਬੱਚਿਆਂ ਨੂੰ ਐਕਟਿਵ ਹੋਣ ਦੇ ਲਈ ਇਹ ਇੱਕ ਬਹੁਤ ਵਧੀਆ ਸਾਧਨ ਹੈ ਜੀ। ਬੱਚਿਆਂ ਦੀ ਡਿਵੈਲਪਮੈਂਟ ਹੋਣ ਲਈ, ਬੱਚਿਆਂ ਦੇ ਵਿੱਚ ਕੌਨਫੀਡੈਂਸ ਬਿਲਡ ਕਰਨ ਲਈ ਇਹ ਇੱਕ ਬਹੁਤ ਵਧੀਆ ਆਰਟ ਫਾਰਮ ਹੈਗੀ ਹੈ ਡਾਂਸ ਜੀ। ਬੱਚੇ ਆਪਣੇ ਆਪ ਨੂੰ ਚੁਸਤ ਮਹਿਸੂਸ ਕਰਦੇ ਆ, ਕ੍ਰੀਏਟੀਵਿਟੀ, ਜਦੋਂ ਕੋਈ ਕੰਪੋਜੀਸ਼ਨ ਕਰਦੇ ਆ, ਕੋਈ ਕੋਰੀਓਗ੍ਰਾਫੀ ਕਰਦੇ ਆ ਤਾਂ ਆਪਣਾ ਦਿਮਾਗ ਯੂਜ਼ ਕਰਦੇ ਆ। ਉਹਨਾਂ ਨੂੰ ਲੱਗਦਾ ਕਿ ਅਸੀਂ ਸਟੇਜ ਕਿੱਦਾਂ ਕਵਰ ਕਰਨੀ ਹੈ, ਫਿਰ ਉਹ ਆਪਣਾ ਦਿਮਾਗ ਯੂਜ਼ ਕਰਦੇ ਆ, ਤਾਂ ਉਹਨਾਂ ਦੀ ਜਿਹੜੀ ਮੈਂਟਲ ਡਿਵੈਲਪਮੈਂਟ ਹੈ, ਔਰ ਜਦੋਂ ਉਹਨਾਂ ਨੂੰ ਸਟੇਜ ਮਿਲਦੀ ਹੈ ਤਦ ਤਾਂ ਉਹ ਬਹੁਤ ਖੂਬਸੂਰਤੀ ਦੇ ਨਾਲ ਉਸਨੂੰ ਪ੍ਰੈਜ਼ੈਂਟ ਕਰਦੇ ਆ। ਉਹਨਾਂ ਨੂੰ ਪਤਾ ਹੁੰਦਾ ਕਿ ਇਹ ਮੰਚ ਸਾਨੂੰ ਕਿੱਥੇ ਤੋਂ ਕਿੱਥੇ ਲਿਜਾ ਸਕਦਾ ਹੈ। ਇਸ ਲਈ ਓਵਰਆਲ ਪਰਸਨੈਲਿਟੀ ਤੁਸੀਂ ਦੇਖੋ ਅੱਜ ਕੱਲ ਬਹੁਤ ਅੱਛੀਆਂ ਡਾਂਸ ਫਾਰਮਸ ਚੱਲ ਰਹੀਆਂ, ਜਿਹੜੀਆਂ ਡਾਂਸ ਫਾਰਮਸ ਵੀ ਨੇ ਤੇ ਇੱਕ ਫਿਟਨੈਸ ਵੀ ਉਹਨੂੰ ਕਹਿ ਸਕਦੇ ਆ। ਜਿਵੇਂ ਤੁਸੀਂ ਐਗਜ਼ਾਮਪਲ ਲੈ ਲਓ ਜ਼ੁੰਬਾ ਦੇ ਵਿੱਚ ਹੁਣ ਤੁਸੀਂ ਦੇਖੋ ਕੋਈ ਵੀ ਡਾਂਸ ਮਿਊਜ਼ਿਕ ਲਗਾ ਦਿੱਤਾ ਜਾਂਦਾ ਹੈ, ਬੱਚੇ ਉਹਦੇ ਤੇ ਕੋਈ ਵੀ ਸਟੈਪ, ਕੋਈ ਵੀ ਫਿਟਨੈਸ ਦੇ ਉੱਤੇ ਕੋਈ ਵੀ ਐਕਸਰਸਾਈਜ਼ਸ ਕਰਦੇ ਆ, ਲੇਕਿਨ ਉਹ ਰਿਦਮ ਉਹਨਾਂ ਦੀ ਬਾਡੀ ਦੇ ਵਿੱਚ ਆ ਜਾਂਦੀ ਹੈ। ਰਿਦਮ ਆਉਣ ਦੇ ਨਾਲ ਉਹ ਹੋਰ ਐਕਟਿਵ ਹੋ ਜਾਂਦੇ ਆ, ਸਮਾਰਟ ਫਿਟ ਕਰਦੇ ਆ, ਆਪਣੇ ਆਪ ਨੂੰ ਮਹਿਸੂਸ ਕਰਦੇ ਆ। ਹੁਣ ਤਾਂ ਅਭਿਆਨ ਵੀ ਚੱਲ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਯੋਗਾ ਦੇ ਨਾਲ, ਡਾਂਸ ਦੇ ਨਾਲ ਕਿਵੇਂ ਜੋੜ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਲਈ ਬਹੁਤ ਸਕਸੈਸਫੁਲ ਨੇ। ਜੀ। ਤੇ ਹੁਣ ਅਸੀਂ ਗੱਲ ਕਰਦੇ ਹਾਂ ਤੁਹਾਡੇ ਪ੍ਰੋਫੈਸ਼ਨ ਦੀ, ਕੱਥਕ ਜਿਹੜਾ ਜੀ ਸਕੂਲਾਂ ਵਿੱਚ, ਪੰਜਾਬ ਦੇ ਵਿੱਚ ਜਿਹੜਾ ਹੈ, ਕਾਲਜਾਂ ਦੇ ਵਿੱਚ +1 +2 ਹੋ ਗਿਆ ਜਾਂ ਗ੍ਰੈਜੂਏਸ਼ਨ ਹੋ ਗਈ, ਮਾਸਟਰਸ ਹੋ ਗਈ, PhD ਹੋ ਗਿਆ, ਕੱਥਕ ਦੇ ਵਿੱਚ ਚੱਲ ਰਹੀ ਹੈ। ਬਿਲਕੁਲ। ਤੇ ਇਹਦੇ ਬਾਰੇ ਥੋੜਾ ਜਿਹਾ ਵਿਸਥਾਰ ਦੇ ਨਾਲ ਦੱਸੋ, ਕਿਵੇਂ ਪੜ੍ਹਾਈ ਹੁੰਦੀ ਹੈ, ਕੀ ਥਿਊਰੀ ਹੁੰਦੀ ਹੈ ਤੇ ਕੀ ਪ੍ਰੈਕਟੀਕਲ ਹੁੰਦਾ? ਬਿਲਕੁਲ। ਦੇਖੋ ਕੱਥਕ ਜਿਹੜਾ ਸਬਜੈਕਟ ਹੈ, ਕਿਉਂਕਿ ਨਾਰਥ ਇੰਡੀਆ ਦੇ ਵਿੱਚ ਕੱਥਕ ਹੀ ਚੱਲਦਾ ਜੀ, ਠੀਕ ਹੈ ਜੀ। ਉੱਤਰ ਪ੍ਰਦੇਸ਼ ਦਾ ਡਾਂਸ ਹੋਣ ਕਰਕੇ ਕੱਥਕ ਨੂੰ ਹੀ ਅਡਾਪਟ ਕੀਤਾ ਜਾਂਦਾ। ਜਿੰਨੇ ਵੀ ਸਕੂਲ ਕਾਲਜਸ ਹੈਗੇ ਆ ਉਹਨਾਂ ਵਿੱਚ ਐਜ਼ ਅ ਸਬਜੈਕਟ ਕੱਥਕ ਹੀ ਇੰਟਰੋਡਿਊਸ ਹੋ ਰਿਹਾ ਜੀ। ਕੱਥਕ ਆਪਣੇ ਆਪ 'ਚ ਇੱਕ ਬਹੁਤ ਖੂਬਸੂਰਤ, ਇੱਕ ਐਕਸਪ੍ਰੈਸ਼ਨਲ, ਇੱਕ ਟੈਕਨੀਕਲ, ਬੜਾ ਸਟਰੋਂਗ ਡਾਂਸ ਮੰਨਿਆ ਜਾਂਦਾ ਹੈ। ਕੱਥਕ ਦੇ ਵਿੱਚ ਐਕਸਪ੍ਰੈਸ਼ਨਲ ਪਾਰਟ ਇੰਨਾ ਜਿਹਨੂੰ ਕਹਿੰਦੇ ਆ ਕਿ ਹਾਵੀ ਹੈ ਕਿ ਉਹਦੇ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਖੂਬਸੂਰਤੀ ਦੇ ਨਾਲ ਦਿਖਾ ਸਕਦੇ ਹਾਂ। ਸਕੂਲਾਂ ਕਾਲਜਾਂ ਦੀ ਜੇ ਅਸੀਂ ਗੱਲ ਕਰੀਏ, ਉਹਦੇ ਵਿੱਚ ਐਜ਼ ਅ ਸਬਜੈਕਟ +1 +2 ਦੇ ਵਿੱਚ ਸਾਡੇ ਕੋਲ BA ਦੇ ਵਿੱਚ ਵੀ ਹੈਗਾ, ਮਾਸਟਰਸ ਵੀ ਹੈਗੀ ਹੈ। ਉਹ ਕਲਾਸੀਕਲ ਡਾਂਸ ਇਸ ਕਰਕੇ ਕਿਉਂਕਿ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਬੱਚਿਆਂ ਦਾ ਬੇਸ ਸਟਰੋਂਗ ਹੋ ਜਾਏ, ਉਹਨਾਂ ਨੂੰ ਸ਼ਾਸਤਰੀ ਨ੍ਰਿਤ ਦੀ ਨੌਲੇਜ ਹੋ ਜਾਏ, ਉਹ ਆਪਣੀ ਬੇਸਿਕਸ ਚੀਜ਼ਾਂ ਤੋਂ ਕਲੀਅਰ ਹੋ ਜਾਣ ਕੱਲ ਨੂੰ, ਤਾਂ ਕਿ ਉਹ ਕਿਸੇ ਵੀ ਡਾਂਸ ਫਾਰਮ ਨੂੰ ਅਡਾਪਟ ਕਰਦੇ ਨੇ, ਉਸ ਨੂੰ ਈਜ਼ੀਲੀ ਨਿਭਾ ਸਕਦੇ ਨੇ। ਤੇ ਇਹਦੇ ਵਿੱਚ ਅਸੀਂ ਪ੍ਰੈਕਟੀਕਲ ਟ੍ਰੇਨਿੰਗ ਨਾਲ ਦਿੰਦੇ ਹਾਂ, ਜਿਹਦੇ ਵਿੱਚ ਅਸੀਂ ਉਹਨਾਂ ਨੂੰ ਕੋਈ ਵੀ ਇੱਕ ਫਿਲਮੀ ਸੌਂਗ ਵੀ ਲੈ ਸਕਦੇ ਹਾਂ ਜਿਹੜਾ ਥੋੜਾ ਕਲਾਸੀਕਲ ਬੇਸਡ ਹੋਵੇ, ਸੈਮੀ ਕਲਾਸੀਕਲ ਵੀ ਲੈ ਸਕਦੇ ਹਾਂ, ਜਿਹਦੇ ਨਾਲ ਬੱਚਿਆਂ ਨੂੰ ਆਪਣੀ ਟੈਕਨੀਕ ਔਰ ਐਕਸਪ੍ਰੈਸ਼ਨਲ ਪਾਰਟ ਦੋਨੋਂ ਚੀਜ਼ਾਂ ਜੁੜ ਕੇ ਦਿਖਾਈਆਂ ਜਾ ਸਕਣ। ਟੈਕਨੀਕਲ ਚੀਜ਼ਾਂ ਦੇ ਵਿੱਚ ਅਸੀਂ ਪ੍ਰੈਕਟੀਕਲ ਸਬਜੈਕਟ ਦਿੰਦੇ ਹਾਂ, ਜਿਹਦੇ ਵਿੱਚ ਤਾਲ ਦੀ ਨੌਲੇਜ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸ ਤਾਲ ਤੇ ਡਾਂਸ ਕਰ ਰਹੇ ਹੋ, ਕੀ ਨਗਮਾ ਨਾਲ ਚੱਲ ਰਿਹਾ ਹੈ, ਕਿਹੋ ਜਿਹਾ ਭਾਵ ਪਾਠ ਹੋਣਾ ਚਾਹੀਦਾ ਹੈ, ਤੁਹਾਡੀਆਂ ਫੀਲਿੰਗਸ ਕਿੱਦਾਂ ਨਿਕਲ ਕੇ ਆਉਣੀਆਂ ਚਾਹੀਦੀਆਂ। ਇਹ ਸਾਰੀਆਂ ਚੀਜ਼ਾਂ ਜੁੜੀਆਂ ਰਹਿੰਦੀਆਂ। ਫਿਰ ਅਸੀਂ ਬੱਚਿਆਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਮੰਚ ਤੇ ਉਹੀ ਚੀਜ਼ ਦੀ ਪ੍ਰੈਜੈਂਟੇਸ਼ਨ ਕਰਾਈ ਜਾਵੇ। ਥਿਊਰੀ ਔਰ ਪ੍ਰੈਕਟੀਕਲ ਦੀ ਪ੍ਰੋਪਰ ਡਿਵੀਜ਼ਨ ਹੋਈ ਹੈ। ਜਿੱਦਾਂ ਅਸੀਂ ਥਿਊਰੀ 50% ਦਿੰਦੇ ਹਾਂ ਤਾਂ ਪ੍ਰੈਕਟੀਕਲ ਵੀ 50% ਦਿੰਦੇ ਆ, ਤਾਂ ਕਿ ਬੱਚਿਆਂ ਨੂੰ ਜਦ ਤੱਕ ਥਿਊਰੀ ਕਿ ਕਿੱਥੋਂ ਸਾਡੀ ਹਿਸਟਰੀ ਸ਼ੁਰੂ ਹੋਈ ਜੀ, ਕਿੱਥੋਂ ਡਾਂਸ ਦੀ ਸ਼ੁਰੂਆਤ ਹੋਈ, ਕਿਵੇਂ ਮੰਦਰਾਂ 'ਚ ਪਹੁੰਚਿਆ, ਉੱਥੋਂ ਨਿਕਲ ਕੇ ਦਰਬਾਰਾਂ 'ਚ ਆਇਆ, ਕਿਵੇਂ ਉਹਨੂੰ ਮੰਚ ਮਿਲਿਆ, ਇਹ ਸਾਰੀ ਚੀਜ਼ਾਂ ਦੀ ਨੌਲੇਜ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੀ। ਤੇ ਹੁਣ ਤੁਸੀਂ ਸਾਡੇ ਸਟੂਡੀਓ 'ਚ ਪਹੁੰਚੇ ਹੋ ਤੇ ਸਾਡਾ ਪ੍ਰੋਗਰਾਮ ਅਧੂਰਾ ਹੋਊਗਾ ਜੇ ਅਸੀਂ ਤੁਹਾਡੇ ਹਾਵ ਭਾਵ ਨਾ ਦੇਖੀਏ ਨਾ। ਕੀ ਕਰਕੇ ਦਿਖਾਣਾ ਚਾਹੋਗੇ? ਬੈਠੇ ਬੈਠੇ ਕੁਝ ਐਕਸਪ੍ਰੈਸ਼ਨਸ ਹੈ, ਹੈਂਡ ਮੂਵਮੈਂਟਸ? ਦੇਖੋ ਜੀ, ਮੈਂ ਥੋੜਾ ਜਿਹਾ ਗਾਉਂਦੀ ਤਾਂ ਮੈਂ ਨਹੀਂ ਆ ਵਧੀਆ, ਪਰ ਤੁਸੀਂ ਵੋਕਲ ਕੀਤੀ ਹੋਈ ਹੈ, ਮੈਨੂੰ ਪਤਾ ਹੈ ਐਮਏ ਵੋਕਲ ਤੁਸੀਂ ਕੀਤੀ ਹੋਈ ਹੈ। ਦੇਖੋ, ਮੈਂ ਇਹਦੇ ਨਾਲ ਇੱਕ ਗੱਲ ਜੋੜਨਾ ਚਾਹਾਂਗੀ, ਕੋਈ ਵੀ ਇੱਕ ਡਾਂਸਰ ਜੀ ਉਹ ਤਦੇ ਕੰਪਲੀਟ ਹੈ ਅਗਰ ਉਹਨੂੰ ਥੋੜੀ ਬਹੁਤ ਮਿਊਜ਼ਿਕ ਦੀ ਨੌਲੇਜ, ਸਿੰਗਿੰਗ ਦੀ ਔਰ ਇਨਸਟਰੂਮੈਂਟ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਹੁਣ ਅਸੀਂ ਜਦੋਂ ਬੱਚਿਆਂ ਨੂੰ ਐਜ਼ ਅ ਸਬਜੈਕਟ ਵੀ ਕਾਲਜ ਦੇ ਸਕੂਲ ਦੇ ਵਿੱਚ ਕਰਵਾਉਂਦੇ ਆ ਤਾਂ ਉਹਨਾਂ ਨੂੰ ਇਹ ਇਨਸਟਰਕਸ਼ਨਸ ਹੈ ਕਿ ਤੁਸੀਂ ਨਗਮਾ ਜ਼ਰੂਰ ਸਿੱਖਣਾ ਔਰ ਤਬਲੇ ਤੇ ਐਟਲੀਸਟ ਬੇਸਿਕ 3 ਤਾਲ ਜਿਹੜੀ ਹੈਗੀ ਆ ਉਹ ਜ਼ਰੂਰ ਸਿੱਖਣੀ ਹੈ, ਤਾਂ ਕਿ ਤੁਹਾਡੀ ਰਿਦਮ, ਤੁਹਾਡੀ ਤਾਲ ਪੱਕੀ ਹੋ ਸਕੇ। ਤੇ ਇਸੇ ਸ਼ੌਕ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਥੋੜਾ ਜਿਹਾ ਮਿਊਜ਼ਿਕ ਫੈਮਿਲੀ ਦੇ ਵਿੱਚ ਵੀ ਗਈ ਤੇ ਮੈਨੂੰ ਸ਼ੌਕ ਸੀ ਕਿ ਮੈਂ ਮਿਊਜ਼ਿਕ ਦੀ ਕੁਝ ਥੋੜੀ ਬਹੁਤੀ ਨੌਲੇਜ ਲੈ ਸਕਾਂ। ਤੇ ਡਾਂਸ ਤਾਂ ਹੈ ਹੀ ਸਾਰਾ ਹਾਵ ਭਾਵ ਦੇ ਉੱਤੇ, ਰਸ ਔਰ ਭਾਵ ਦਾ ਵੈਸੇ ਹੀ ਇਹਦੇ ਵਿੱਚ ਬਹੁਤ ਜ਼ਿਆਦਾ ਕਨੈਕਸ਼ਨ ਹੈ ਤੇ ਉਹਦੇ ਤੇ ਮੈਂ ਛੋਟੀ ਜੀ ਤੁਹਾਨੂੰ ਕ੍ਰਿਸ਼ਨ ਜੀ ਦੇ ਨਾਲ ਰਿਲੇਟਡ ਠੁਮਰੀ ਦੇ ਭਾਵ ਕਰਕੇ ਦਿਖਾਵਾਂਗੀ। ਐਕਸਪ੍ਰੈਸ਼ਨਲ ਪਾਰਟ ਰਹੇਗਾ ਜਿਹਦੇ ਵਿੱਚ
ਇਹਦੇ ਵਿੱਚ ਕ੍ਰਿਸ਼ਨ ਜੀ ਤੁਹਾਨੂੰ ਪਤਾ ਹੀ ਸ਼ੁਰੂ ਤੋਂ ਹੀ ਨਟਖਟ ਰਹੇ ਆ ਜੀ। ਉਹਨਾਂ ਦੇ ਨਟਖਟਪਨ ਹਮੇਸ਼ਾ ਹੀ ਛੇੜਛਾੜ ਦੇ ਵਿੱਚ ਰਿਹਾ ਤੇ ਮੈਂ ਇੱਕ ਠੁਮਰੀ ਹੈ ਮੋਹੇ ਛੇੜੋ ਨਾ ਨੰਦ ਕੇ ਸੁਨੋ ਉਹ ਛੈਲਾ। ਵਾਹ। ਉਹਦੇ ਤੇ ਥੋੜਾ ਜਿਹਾ ਐਕਸਪ੍ਰੈਸ਼ਨ ਦਵਾਂਗੀ। ਜੀ। मोहे छेड़ो ना नंद के सुनो ओ छैला। मोहे छेड़ो ना नंद के सुनो ओ छैला। मोहे छेड़ो ना मग बीच रोके मतलब रास्ते में रोके। क्या? मग बीच रोके करत जोरा जोरी कंकरी मारी गागर मोरी फोड़ी कासे कहूँ कौन सुने अर्ज हमारी। क्या बात है। थैंक यू। बहुत खूब। वाकई एक खूबसूरत कला है और बड़ी खूबसूरती ਦੇ ਨਾਲ ਤੁਸੀਂ ਇਹ ਜਿਹੜਾ ਛੋਟਾ ਜਿਹਾ ਪੀਸ ਸਾਨੂੰ ਕਰਕੇ ਵਿਖਾਇਆ। ਥੈਂਕ ਯੂ ਵੈਰੀ ਮਚ। ਗਾਇਨ ਵਾਦਨ ਨ੍ਰਿਤ ਤੁਸੀਂ ਦੱਸਿਆ ਹੈ ਕਿ ਜ਼ਰੂਰੀ ਹੈ ਕਿਉਂਕਿ ਗ੍ਰੈਜੂਏਸ਼ਨ ਦੇ ਵਿੱਚ ਵੀ ਜਦੋਂ ਕਿਸੇ ਬੱਚੇ ਨੇ ਡਾਂਸ ਲਿਆ ਹੈ ਸਬਜੈਕਟ ਤੇ ਉਹਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਦੇ ਨਾਲ ਮਿਊਜ਼ਿਕ ਵੋਕਲ ਵੀ ਰੱਖੇ ਲਿਆ ਜਾਵੇ ਤੇ ਇਨਸਟਰੂਮੈਂਟ ਵੀ ਲਿਆ ਜਾਵੇ। ਬਿਲਕੁਲ। ਕਿਉਂਕਿ ਮੇਰੇ ਵੀ ਇਹ ਸਬਜੈਕਟ ਰਹਿ ਚੁੱਕੇ ਹਨ ਮੈਨੂੰ ਪਤਾ ਹੈ ਕਿਉਂਕਿ ਉਹਦਾ ਸਿਲੇਬਸ ਵੀ ਤਕਰੀਬਨ ਮਿਲਦਾ ਜੁਲਦਾ ਆਪਸ ਦੇ ਵਿੱਚ ਮਿਲਦਾ ਜੁਲਦਾ। ਕੀ ਕਹਿਣਾ ਚਾਹੋਗੇ ਇਹਨਾਂ ਦਾ ਆਪਸ ਦੇ ਵਿੱਚ ਕਿੰਨਾ ਕੁ ਸੰਬੰਧ ਹੈ? ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਚੋਲੀ ਔਰ ਦਾਮਨ ਇਹ ਬਿਲਕੁਲ ਐਕੂਰੇਟ ਵਰਡਸ ਨੇ ਜੀ। ਤੁਸੀਂ ਦੇਖੋ ਕਿ ਜਿਸ ਬੱਚੇ ਨੂੰ ਜਾਂ ਕਿਸੇ ਵੀ ਕੋਈ ਵੀ ਡਾਂਸਰ ਹੈ ਕੋਈ ਵੀ ਆਰਟਿਸਟ ਹੈ ਗਾਇਨ ਵਾਦਨ ਦੀ ਜਿਹਨੂੰ ਨੌਲੇਜ ਨਹੀਂ ਹੈ ਉਹ ਡਾਂਸਰ ਨਹੀਂ ਹੋ ਸਕਦਾ। ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਬਹੁਤ ਗਹਿਰਾ ਸੰਬੰਧ ਹੈ ਜੀ। ਠੀਕ ਹੈ। ਹੁਣ ਤੁਸੀਂ ਇੱਕ ਸਟੇਜ ਤੇ ਕਲਾਕਾਰ ਖੜੇ ਹੈ ਕੋਈ ਮਿਊਜ਼ਿਕ ਨਹੀਂ ਵੱਜ ਰਿਹਾ ਕੋਈ ਇਨਸਟਰੂਮੈਂਟ ਨਹੀਂ ਵੱਜ ਰਿਹਾ ਤੁਸੀਂ ਜੋ ਮਰਜ਼ੀ ਕਰੀ ਜਾਓਗੇ ਤਾਂ ਇਦਾਂ ਲੱਗੂਗਾ ਪਤਾ ਨਹੀਂ ਕੀ ਕਰਨਾ ਚਾਹ ਰਿਹਾ ਤੁਸੀਂ ਆਪਣੀਆਂ ਫੀਲਿੰਗਸ ਐਕਸਪ੍ਰੈਸ ਨਹੀਂ ਕਰ ਸਕਦੇ ਉਹ ਬਿਲਕੁਲ ਖਾਲੀ ਹੈ ਜੀ। ਜਦੋਂ ਉਹਦੇ ਨਾਲ ਮਿਊਜ਼ਿਕ ਵਾਦਨ ਇਹ ਦੋਨੋਂ ਚੀਜ਼ਾਂ ਵੋਕਲ ਜੁੜ ਜਾਂਦਾ ਹੈ ਉਹ ਚੀਜ਼ ਬਹੁਤ ਨਿਖਰ ਕੇ ਆਉਂਦੀ ਹੈ ਔਰ ਇਹ ਅਲੱਗ ਹੋ ਹੀ ਨਹੀਂ ਸਕਦਾ। ਠੀਕ ਹੈ ਨਾ। ਤੁਸੀਂ ਹੁਣ ਜਿਵੇਂ ਮੈਂ ਵੀ ਇੱਕ ਠੁਮਰੀ ਤੇ ਭਾਵ ਕਰਕੇ ਦਿਖਾਇਆ ਹਲਕਾ ਜਿਹਾ ਹੀ ਗੁੰਗੁਨਾਇਆ ਲੇਕਿਨ ਮੇਰੀਆਂ ਫੀਲਿੰਗਸ ਤੁਸੀਂ ਸਮਝ ਸਕਦੇ ਹੋ ਕਿ ਇਹਦੇ ਵਿੱਚ ਜੋ ਮੈਂ ਗਾ ਰਹੀ ਸੀ ਉਹਦੇ ਵਿੱਚ ਮੈਂ ਕਹਿਣਾ ਚਾਹ ਰਹੀ ਸੀ ਕਿ ਵੀ ਨਹੀਂ ਮੈਨੂੰ ਨਾ ਛੇੜੋ ਹੈ ਨਾ। ਅਸੀਂ ਆਪਣਾ ਨਖਰਾ ਵੀ ਅਸੀਂ ਚਾਹੁੰਦੇ ਵੀ ਹਾਂ ਸਾਨੂੰ ਛੇੜੇ ਲੇਕਿਨ ਅਸੀਂ ਆਪਣੀ ਫੀਲਿੰਗਸ ਰਾਧਾ ਕ੍ਰਿਸ਼ਨ ਦੀ ਜਿਹੜੀ ਹੈ ਬਿਲਕੁਲ ਉਦਾਂ ਦੀਆਂ ਫੀਲਿੰਗਸ ਇਹ ਸਾਰੀਆਂ ਚੀਜ਼ਾਂ ਹੁਣ ਵੋਕਲ ਦੇ ਵਿੱਚ ਗਾਣ ਦਾ ਅੰਦਾਜ਼ ਇਹੋ ਜਿਹਾ ਹੁੰਦਾ ਜਿਸ ਦੇ ਨਾਲ ਅਸੀਂ ਆਪਣੀਆਂ ਫੀਲਿੰਗਸ ਹੋਰ ਵਧੀਆ ਤਰੀਕੇ ਦੇ ਨਾਲ ਐਕਸਪ੍ਰੈਸ ਕਰ ਸਕਦੇ ਹਾਂ। ਤੇ ਜਿਹੜਾ ਇਨਸਟਰੂਮੈਂਟ ਹੈ ਤਬਲਾ ਸਾਡੀ ਵਿਸ਼ੇਸ਼ਤਾ ਹੈ ਕਥਕ ਦੀ ਉਹਦਾ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਨਾਲ ਸਾਨੂੰ ਤਾਲ ਦੀ ਨੌਲੇਜ ਮਿਲਦੀ ਹੈ ਰਿਦਮ ਦੀ ਨੌਲੇਜ ਮਿਲਦੀ ਹੈ। ਕਲਾਕਾਰ ਹੈ ਜਿਹੜਾ ਉਸੇ ਰਿਦਮ ਦੇ ਵਿੱਚ ਉਸੇ ਤਾਲ ਦੇ ਵਿੱਚ ਰਹਿ ਕੇ ਆਪਣੀ ਪ੍ਰੈਜੈਂਟੇਸ਼ਨ ਨੂੰ ਦਿੰਦਾ ਜੀ। ਹੋਰ ਕਿਹੜੇ ਕਿਹੜੇ ਵਾਦ ਜਿਹੜੇ ਆ ਕਲਾਸੀਕਲ ਡਾਂਸ ਦੇ ਵਿੱਚ? ਸਾਰੰਗੀ ਕਲਾਸੀਕਲ ਡਾਂਸ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਹਾਰਮੋਨੀਅਮ ਹੈ ਤਬਲਾ ਹੈ ਪਖਾਵਜ ਹੈ ਮ੍ਰਿਦੰਗ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਥਕ ਡਾਂਸ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ। ਹੁਣ ਤੁਸੀਂ ਦੇਖੋ ਹਰ ਡਾਂਸ ਫਾਰਮ ਦੇ ਨਾਲ ਅਲੱਗ ਇਨਸਟਰੂਮੈਂਟਸ ਯੂਜ਼ ਕੀਤੇ ਜਾਂਦੇ ਆ। ਆਪਾਂ ਗੱਲ ਕਰੀਏ ਚਲੋ ਆਪਾਂ ਜ਼ਿਆਦਾ ਦੂਰ ਨਾ ਜਾਂਦੇ ਹੋਏ ਆਪਣੇ ਭੰਗੜੇ ਦੀ ਗੱਲ ਕੀਤੀ ਹੈ ਕਿਉਂਕਿ ਇਹ ਪੰਜਾਬ ਦਾ ਫੋਕ ਡਾਂਸ ਹੈ। ਤੁਸੀਂ ਦੇਖੋ ਭੰਗੜੇ ਦੇ ਵਿੱਚ ਢੋਲ ਯੂਜ਼ ਕੀਤਾ ਜਾਂਦਾ ਹੈ ਚਿਮਟਾ ਯੂਜ਼ ਕੀਤਾ ਜਾਂਦਾ ਹੈ ਖੰਜਰੀ ਯੂਜ਼ ਕੀਤੀ ਜਾਂਦੀ ਹੈ। ਇਹ ਸਾਰੇ ਜਿਹੜੇ ਵੀ ਇਨਸਟਰੂਮੈਂਟਸ ਹੈਗੇ ਨੇ ਇਹ ਸਾਡੇ ਪੰਜਾਬ ਦੇ ਫੋਕ ਡਾਂਸਿਸ ਦੇ ਨਾਲ ਹੈਗੇ ਨੇ ਜੀ। ਤੇ ਇਸ ਤੋਂ ਇਲਾਵਾ ਮੈਂ ਗੱਲ ਕਰਨਾ ਚਾਹੂੰਗੀ ਕਿ ਜਦੋਂ ਆਪਾਂ ਜਿੱਦਾਂ ਤੁਸੀਂ ਫੀਲਿੰਗਸ ਦੀ ਗੱਲ ਕੀਤੀ ਹੈ ਜੀ ਤੇ ਉਹ ਜਦੋਂ ਆਪਾਂ ਹਾਵ ਭਾਵ ਵਿਖਾਉਂਦੇ ਆ ਤੇ ਜਿਹੜੀ ਸਾਡੇ ਸਾਹਮਣੇ ਆਡੀਅנס ਹੈ ਦਰਸ਼ਕ ਹੈ ਉਹਨਾਂ ਨੂੰ ਇੱਕ ਰਸ ਮਿਲਦਾ ਹੈ ਕਿਉਂਕਿ ਰਸ ਜਿਹੜਾ ਹਰ ਕਲਾ ਦੇ ਵਿੱਚ ਹੈ ਚਾਹੇ ਉਹ ਐਕਟਿੰਗ ਹੈ ਚਾਹੇ ਗਾਇਕੀ ਹੈ ਚਾਹੇ ਉਹ ਵਾਦਨ ਕਲਾ ਹੈ ਚਾਹੇ ਉਹ ਨਿੱਤ ਕਲਾ ਹੈ ਬਿਲਕੁਲ। ਤੇ ਉਹ ਕਿਹੜੇ ਕਿਹੜੇ ਰਸ ਹੈ ਜਿਹੜੇ ਉਤਪਨ ਹੁੰਦੇ ਆ? ਰਸ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ। ਮੈਂ ਤੁਹਾਨੂੰ ਦੱਸ ਦਵਾਂ ਰਸ ਔਰ ਭਾਵ ਆਪਸ ਦੇ ਵਿੱਚ ਕਨੈਕਟਿਵ ਨੇ। ਰਸ ਜਿਹੜੇ ਨੇ 9 ਰਸ ਮੰਨੇ ਗਏ ਆ ਭਰਤ ਮੁਨੀ ਦੁਆਰਾ। ਉਹ ਕਹਿੰਦੇ ਨੇ ਕਿ हास्य रस है श्रृंगार रस है विभत्स रस है अद्भुत रस है करुण रस है वीर रस है शांत रस है। इन्हां रसां दी नृत्य दे विच एक अलग अहमियत है जी। रस ਜਿਹੜੇ ਨੇ ਉਹ ਸਾਡੀਆਂ ਐਕਸਪ੍ਰੈਸ਼ਨ ਸਾਡੀਆਂ ਫੀਲਿੰਗਸ ਨੂੰ ਭਾਵ ਜਿਹੜੇ ਨੇ ਉਹ ਦਿਖਾਉਂਦੇ ਆ। ਰਸ ਔਰ ਭਾਵ ਆਪਸ ਦੇ ਵਿੱਚ ਇੰਟਰਕਨੈਕਟਡ ਨੇ ਹੈ ਨਾ। ਸ਼ਿੰਗਾਰ ਰਸ ਹੈ ਉਹਦੇ ਵਿੱਚ ਪ੍ਰੇਮ ਦਾ ਭਾਵ ਦਿਖਾਇਆ ਜਾਂਦਾ। ਹਾਸਿਆ ਰਸ ਹੈ ਹੁਣ ਸਟੇਜ ਤੇ ਤੁਸੀਂ ਕਿੱਦਾਂ ਹੱਸ ਕੇ ਆਪਣੇ ਐਕਸਪ੍ਰੈਸ਼ਨ ਨੂੰ ਤੁਸੀਂ ਉੱਥੇ ਜ਼ੋਰ ਜ਼ੋਰ ਦੀ ਨਹੀਂ ਹੱਸ ਸਕਦੇ
ਤੁਸੀਂ ਸਿਰਫ ਐਕਸਪ੍ਰੈਸ਼ਨ ਦੇ ਨਾਲ ਦੱਸ ਸਕਦੇ ਹੋ, ਜਾਂ ਤੁਸੀਂ ਬਹੁਤ ਕਰੂਣ ਰਸ ਦੇ ਵਿੱਚ ਦਿਖਾਣਾ ਹੈ ਨਾ, ਵਿਭਿੰਨ ਰਸ ਦੇ ਵਿੱਚ ਦਿਖਾਣਾ ਹੈ ਕਿ ਕਿੱਦਾਂ ਤੁਹਾਨੂੰ ਕੋਈ ਬੁਰਾ ਐਕਸਪ੍ਰੈਸ਼ਨ ਦਿਖਾਣਾ ਹੈ, ਸ਼ਾਂਤ ਰਸ ਦੇਵਤਾ ਦੇ ਨਾਲ ਜੋੜਨਾ ਹੈ। ਇਹ ਸਾਰੀਆਂ ਜਿਹੜੀਆਂ ਜਿੰਨੇ ਵੀ 9 ਰਸ ਨੇ ਉਹ ਆਪਸ ਦੇ ਵਿੱਚ ਅਲੱਗ-ਅਲੱਗ ਫੀਲਿੰਗਸ ਦਿਖਾਉਂਦੇ ਨੇ, ਜਿਹਦਾ ਡਾਂਸ ਦੇ ਵਿੱਚ ਕਿਸੇ ਭਾਵ ਪਕਸ਼ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ। ਤੇ ਜਿਹੜੇ 9 ਰਸ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ, ਰੌਦਰ ਰਸ ਸਟੇਜ ਦੇ ਉੱਤੇ ਕਿੱਦਾਂ ਤੁਸੀਂ ਭਗਵਾਨ ਸ਼ਿਵ ਦਾ ਰੂਪ ਦਿਖਾਣਾ ਹੈ, ਤਾਂਡਵ ਰਸ ਦਿਖਾਣਾ ਹੈ, ਤਾਂ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਜਿਹੜਾ ਹੈ ਵੀਰ ਰਸ, ਇਹ ਸਭ ਰੌਦਰ ਰਸ ਦੀ ਬਹੁਤ ਜ਼ਿਆਦਾ ਮਹਾਨਤਾ ਹੈਗੀ ਹੈ। ਜੀ, ਤੁਸੀਂ ਵਿਦੇਸ਼ਾਂ ਵਿੱਚ ਵੀ ਪਰਫਾਰਮ ਕੀਤਾ ਹੈ। ਜੀ, ਉੱਥੇ ਜਾ ਕੇ ਤੁਸੀਂ ਲੋਕ ਨਾਚ ਵੀ ਪਰਫਾਰਮ, ਤੁਸੀਂ ਆਪਣੇ ਸਟੂਡੈਂਟਸ ਵੀ ਲੈ ਕੇ ਜਾਂਦੇ ਹੋ ਉੱਥੇ, ਗਿੱਧਾ ਭੰਗੜਾ ਸਭ ਉਹਨਾਂ ਨੇ ਡਾਂਸ ਕਰਦੇ, ਕਲਾਸੀਕਲ ਡਾਂਸ ਵੀ ਹੁੰਦਾ। ਉੱਥੇ ਦੇ ਲੋਕ ਕਿੰਨਾ ਕੁ ਪਸੰਦ ਕਰਦੇ ਸਾਡੇ ਇੰਡੀਅਨ ਕਲਚਰ ਨੂੰ? ਮੈਨੂੰ ਲੱਗਦਾ ਹੈ ਕਿ ਹੁਣ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਬਾਹਰ ਦੀਆਂ ਕੰਟਰੀਜ਼ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਪੰਜਾਬ ਜਾਂ ਇੰਡੀਅਨ ਕਲਚਰ ਨੂੰ ਬਹੁਤ ਜ਼ਿਆਦਾ ਅਡਾਪਟ ਕਰ ਰਹੇ, ਰਾਦਰ ਸਾਡੇ ਤੋਂ ਜ਼ਿਆਦਾ, ਹੈ ਨਾ। ਜਦੋਂ ਅਸੀਂ ਜਾ ਕੇ ਦੇਖਦੇ ਹਾਂ ਉਹਨਾਂ ਦੀ ਬਹੁਤ ਕਿਉਰਿਓਸਿਟੀ ਹੁੰਦੀ ਹੈ ਕਿ ਅਸੀਂ ਦੇਖੀਏ ਕਿ ਕੀ ਕਲਚਰ ਹੈ ਪੰਜਾਬ ਦਾ ਜਾਂ ਇੰਡੀਆ ਦਾ, ਹੈ ਨਾ। ਹੁਣ ਤੁਸੀਂ ਦੇਖੋ ਕੈਨੇਡਾ ਵਰਗੀਆਂ ਜਿਹੜੀਆਂ ਵੀ ਕੰਟਰੀਜ਼ ਨੇ, ਉੱਥੇ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਜੀ, ਹੈ ਨਾ। ਉੱਥੇ ਸ਼ਾਸਤਰੀ ਨ੍ਰਿਤ, ਚਾਹੇ ਉਹ ਕੱਥਕ ਹੈ, ਚਾਹੇ ਉਹ ਭਰਤਨਾਟਿਅਮ ਹੈ, ਕੋਈ ਵੀ ਡਾਂਸ ਫਾਰਮ ਹੈ, ਉਹ ਸਿਖਾਉਣਾ ਚਾਹੁੰਦੇ ਆ। ਉਹਨਾਂ ਨੂੰ ਕ੍ਰੇਜ਼ ਹੈ ਕਿ ਸਾਡੇ ਬੱਚੇ ਅੰਦਰ ਜਿਹੜੇ ਗੁਣ ਹੈ, ਉਹ ਬੇਸਿਕ ਚੀਜ਼ਾਂ ਨੇ, ਉਹ ਆ ਜਾਣ, ਔਰ ਉਹਨਾਂ ਨੂੰ ਇਸ ਕਲਚਰ ਨੂੰ ਅਡਾਪਟ ਕਰਨ ਦੇ ਵਿੱਚ ਕੋਈ ਵੀ ਸ਼ਰਮ, ਕੋਈ ਵੀ ਕਮੀ ਮਹਿਸੂਸ ਨਹੀਂ ਹੁੰਦੀ। ਉਹ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਇਸ ਚੀਜ਼ ਨੂੰ ਅਡਾਪਟ ਕਰਦੇ ਨੇ, ਔਰ ਉੱਥੇ ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਅਵੇਅਰਨੈਸ ਆ ਚੁੱਕੀ ਹੈ ਆਪਣੇ ਇੰਡੀਆ ਤੋਂ। ਉਹਨਾਂ ਨੂੰ ਪਤਾ, ਅਸੀਂ ਹਾਲਾਂਕਿ ਵੈਸਟਰਨ ਡਾਂਸਿਸ ਵੱਲ ਤੁਰ ਪਏ ਹਾਂ, ਉਹ ਵੀ ਗੱਲ ਗਲਤ ਨਹੀਂ ਹੈ, ਪਰ ਜਿਹੜੀ ਸਾਡੀ ਬੁਨਿਆਦ ਹੈ ਉਸ ਨੂੰ ਪਹਿਲਾਂ ਅਸੀਂ ਸਿੱਖ ਲਈਏ, ਉਸ ਤੋਂ ਬਾਅਦ ਕਿਸੇ ਵੀ ਫਾਰਮ, ਉਹ ਤਾਂ ਸ਼ਾਖਾ ਹੈ, ਜਿੱਧਰ ਮਰਜ਼ੀ ਨੂੰ ਤੁਰ ਜਾਓ। ਪਹਿਲਾਂ ਜਦੋਂ ਤੁਹਾਡੀ ਬੁਨਿਆਦ ਸਟਰੋਂਗ ਹੋਗੀ, ਫਿਰ ਤੁਸੀਂ ਜਿਹੜੀ ਮਰਜ਼ੀ ਫੀਲਡ ਚੁਣ ਸਕਦੇ ਹੋ। ਐਦਾਂ ਹੀ ਹੁਣ ਬਾਹਰ ਦੀਆਂ ਜਿਹੜੀਆਂ ਕੰਟਰੀਜ਼ ਹੈ ਉਹ ਚਾਹੁੰਦੇ ਆ ਕਿ ਅਸੀਂ ਇੰਡੀਅਨ ਕਲਚਰ ਨੂੰ ਅਡਾਪਟ ਕਰ ਲਈਏ। ਵੈਸਟਰਨ ਤਾਂ ਉਹਨਾਂ ਦੀ ਜੀਨਸ ਦੇ ਵਿੱਚ ਵੀ ਹੈਗਾ, ਹੈ ਨਾ। ਤੇ ਇਸ ਕਰਕੇ ਸਾਡਾ ਜਿਹੜਾ ਕਲਚਰ ਹੈ ਉਹ ਬਾਹਰ ਵੀ ਬਹੁਤ ਫੇਮਸ ਹੋ ਰਿਹਾ, ਇੰਡੀਆ ਦੇ ਵਿੱਚ ਤਾਂ ਚਲੋ ਸਾਡੀਆਂ ਜੀਨਸ ਦੇ ਵਿੱਚ ਹੈਗਾ ਹੀ ਹੈਗਾ। ਜੀ, ਇਸੇ ਕਰਕੇ ਜਿਹੜਾ ਕੱਥਕ ਤੇ ਭਰਤਨਾਟਿਅਮ ਹੈ ਉਹ ਇੰਟਰਨੈਸ਼ਨਲ ਡਾਂਸ ਵੀ ਕਹਾਇਆ ਜਾਂਦਾ ਹੈ। ਬਿਲਕੁਲ ਕਹਾਇਆ ਜਾਂਦਾ ਹੈ, ਬਿਲਕੁਲ ਕਹਾਇਆ ਜਾਂਦਾ। ਤੇ ਜਿਹੜਾ ਗਿੱਧਾ ਆ ਜਾਂ ਭੰਗੜਾ ਆ ਉਹ ਤੇ ਸਾਡੀ ਰੂਹ ਦੇ ਵਿੱਚ ਵਸਿਆ ਹੋਇਆ ਹੈ, ਸਾਡੇ ਆਂਦਰਾਂ ਦੇ ਵਿੱਚ ਹੈਗਾ, ਸਾਡੀਆਂ ਜੀਨਸ ਦੇ ਵਿੱਚ ਹੈਗਾ। ਜਿਵੇਂ ਮੈਂ ਦੱਸਿਆ ਕਿ ਕੋਈ ਵੀ ਪ੍ਰੋਗਰਾਮ ਜਿਹੜਾ ਹੈ ਨਾਚ ਗਾਣੇ ਤੋਂ ਬਿਨਾ ਅਧੂਰਾ ਹੈ, ਤੇ ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਵੀ ਜਿਹੜਾ ਹੈ ਨਾ ਉਹ ਡਾਂਸ ਤੋਂ ਬਿਨਾ ਅੱਜ ਦਾ ਪ੍ਰੋਗਰਾਮ ਅਧੂਰਾ ਹੈ। ਤੇ ਅਸੀਂ ਕੋਸ਼ਿਸ਼ ਕੀਤੀ ਆ, ਇੱਕ ਗਿੱਧਾ ਤਿਆਰ ਕੀਤਾ ਹੈ ਜਿਹੜਾ ਸਾਡੇ ਦੂਰਦਰਸ਼ਨ ਦੇ ਵਿੱਚ ਹੀ ਹੋਇਆ, ਤੇ ਉਹਨੂੰ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਖਾਉਣਾ ਚਾਹੁੰਦੇ ਹਾਂ ਗੱਲਾਂ ਤੇ ਗੀਤ ਦੇ ਵਿੱਚ। ਹੁਣ ਸਮਾਂ ਹੋ ਗਿਆ, ਵੇਖਦੇ ਹਾਂ ਜੀ ਖੂਬਸੂਰਤ ਜੀ ਪੇਸ਼ਕਸ਼।
ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਇੰਟਰਨੈਸ਼ਨਲ ਡਾਂਸ ਡੇ ਅੱਜ ਅਸੀਂ ਮਨਾ ਰਹੇ ਹਾਂ ਔਰ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਮਿੱਕੀ ਵਰਮਾ ਜੀ APJ ਕਾਲਜ ਆਫ ਫਾਈਨ ਆਰਟਸ ਤੋਂ ਡਾਂਸ ਡਿਪਾਰਟਮੈਂਟ ਦੇ ਵਿੱਚ ਉੱਥੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਇੱਕ ਛੋਟਾ ਜਿਹਾ ਨਮੂਨਾ ਪੇਸ਼ ਕੀਤਾ ਜਿਹਦੇ ਵਿੱਚ ਸ਼ਿੰਗਾਰ ਰਸ ਦਿਖਾਇਆ, ਕ੍ਰਿਸ਼ਨ ਰਾਧਾ ਦੀ ਜਿਹੜੀ ਹੈ ਉਹ ਤਾਲਮੇਲ, ਉਹ ਨੋਕ ਝੋਕ ਦਿਖਾਈ ਹੈ ਨਾ, ਛੇੜਛਾੜ ਦਿਖਾਈ, ਬੜਾ ਖੂਬਸੂਰਤ ਲੱਗਾ। ਤੇ ਹੁਣ ਮੇਰਾ ਦਿਲ ਕਰ ਰਿਹਾ ਹੈ ਕਿ ਕੁਝ ਜਿੱਦਾਂ ਤੁਸੀਂ ਹੁਣ ਰਸਾਂ ਦੀ ਗੱਲ ਕੀਤੀ ਉਹਦੇ ਵਿੱਚ ਤੁਸੀਂ ਰੌਦਰ ਰਸ ਦੀ ਵੀ ਗੱਲ ਕੀਤੀ। ਬਿਲਕੁਲ ਬਿਲਕੁਲ। ਕੁਝ ਰੌਦਰ ਰਸ ਦੇ ਵਿੱਚ ਕੁਝ ਸ਼ਿਵਜੀ ਜੀ ਦਾ ਕੋਈ ਤਾਂਡਵ, ਕੋਈ ਇਹੋ ਜਿਹਾ ਟੁਕੜਾ ਕੋਈ ਕਰਕੇ ਦਿਖਾਉਣਾ ਚਾਹੁੰਦੇ ਹੋ? ਰੌਦਰ ਰਸ ਦੇ ਵਿੱਚ ਮੈਂ ਚਲੋ ਤੁਹਾਨੂੰ ਭਗਵਾਨ ਸ਼ਿਵ ਦਾ, ਕਿਉਂਕਿ ਸ਼ਿਵ ਜਿਹੜੇ ਨੇ ਨ੍ਰਿਤ ਦੇ ਸੰਚਾਰਕ ਉਹਨਾਂ ਤੋਂ ਹੀ ਨਿਕਲਿਆ ਹੋਇਆ ਹੈ ਨਾ, ਭਗਵਾਨ ਸ਼ਿਵ ਤੋਂ। ਤੇ ਉਹਨਾਂ ਦਾ ਜਿਹੜਾ ਰੌਦਰ ਰੂਪ ਹੈ ਉਹ ਸਭ ਜਾਣਦੇ ਹੀ ਹੈ ਕਿ ਉਹ ਬੜਾ ਹੀ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਤਾਂਡਵ ਦੇ ਉੱਤੇ ਇੱਕ ਛੋਟਾ ਜਿਹਾ ਕਵਿਤ ਕਰਕੇ ਦਿਖਾ ਦਿੰਦੀ ਜੀ, ਜਿਹਦੇ ਬੋਲ ਨੇ ਜਟਾਟ ਵਿਗ ਗਲਤ ਜਲੇ ਪ੍ਰਭਾਵ ਪਾਵ ਤਸਤਲੇ। ਜਟਾਟ ਵਿਗ ਗਲਤ ਜਲੇ ਪ੍ਰਭਾਵ ਪਾਵ ਤਸਤਲੇ, ਗਲੇ ਵਿਲੇ विलंबितम भुजंग तुंग मालिक डमक डमक डमक। क्योंकि भगवान शंकर ਜਿਹੜੇ ਆ ਉਹ ਰੌਦਰ ਦੇ ਦੇਵਤਾ ਹੈ, ਰੌਦਰ ਰਸ ਦੇ ਦੇਵਤਾ ਮੰਨੇ ਜਾਂਦੇ ਆ। डमक 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 डमन निनाद मर्व तांडव, चकार चंद्र तांडव तन तनु शिवा शिवम ओम। चकार चंद्र तांडव तनोतना शिवा शिवम ओम। चकार चंद्र तांडव तनोतना शिवा शिवम ओम नमः शिवाय। क्या बात है, बहुत खूबसूरत। और ਇਹਦੇ ਬੋਲ ਵੀ ਕਿੰਨੇ ਮੁਸ਼ਕਿਲ ਹੁੰਦੇ ਆ, ਕੋਈ ਆਮ ਮੈਨੂੰ ਲੱਗਦਾ ਹੈ ਕਿ ਕੋਈ ਬੋਲ ਨਹੀਂ ਸਕਦਾ। ਇਹੀ ਸਾਡੇ ਪ੍ਰੈਕਟੀਕਲ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਉਹ ਜਿਹੜੀਆਂ ਵੀ ਫੀਲਿੰਗਸ ਨੇ ਜਾਂ ਜਿਹੜਾ ਵੀ ਕਵਿਤ ਹੈ ਉਹਨੂੰ ਉਸੇ ਸਟਾਈਲ ਦੇ ਵਿੱਚ, ਉਸੇ ਐਕਸੈਂਟ ਦੇ ਵਿੱਚ ਪ੍ਰੈਜ਼ੈਂਟ ਕਰਨ। ਜੀ, ਅੱਜ ਹਰ ਮਾਂ-ਬਾਪ ਜਿਹੜਾ ਹੈ ਉਹ ਛੋਟੇ-ਛੋਟੇ ਬੱਚਿਆਂ ਨੂੰ, ਤੁਸੀਂ ਜਿਵੇਂ ਦੱਸਿਆ ਕਿ ਡਾਂਸ ਸਕੂਲਸ ਦੇ ਵਿੱਚ ਭੇਜਦਾ ਹੈ। ਜੀ ਜੀ ਜੀ। ਤੇ ਸਾਡਾ ਬੱਚਾ ਜਿਹੜਾ ਹੈ ਡਾਂਸ ਸਿੱਖੇ, ਪੜ੍ਹਾਈ ਦੇ ਨਾਲ-ਨਾਲ ਕਹਿੰਦੇ ਨਾ ਓਵਰਆਲ ਪਰਸਨੈਲਿਟੀ ਹੁੰਦੀ ਬੱਚੇ ਦੀ ਵੱਧਦੀ ਆ, ਕੌਨਫੀਡੈਂਸ ਆਉਂਦਾ ਹੈ ਜੀ। ਤੇ ਜਦੋਂ ਗੱਲ ਆਉਂਦੀ ਹੈ ਇਹਨੂੰ ਐਜ਼ ਅ ਪ੍ਰੋਫੈਸ਼ਨ ਅਪਣਾਉਣ ਦੀ, ਜਦੋਂ ਬੱਚਾ ਚਾਹੁੰਦਾ ਹੈ +1 2 ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਕਿ ਮੈਂ ਡਾਂਸ ਸਬਜੈਕਟ ਲੈਣਾ ਹੈ ਤੇ ਮੈਂ ਇਹਦੇ ਵਿੱਚ ਅੱਗੇ ਪੜ੍ਹਾਈ ਕਰਨੀ ਹੈ, ਬਿਲਕੁਲ, ਤੇ ਉਦੋਂ ਕਿਤੇ ਨਾ ਕਿਤੇ, ਪਰ ਅੱਜ ਜਿਹੜੀ ਸੋਚ ਕਾਫੀ ਬਦਲ ਗਈ ਹੈ ਹੁਣ ਤਾਂ, ਪਰ ਕਿਤੇ ਨਾ ਕਿਤੇ ਇਹੋ ਜਿਹੇ ਮਾਂ-ਬਾਪ ਨਹੀਂ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਇਹ ਨਹੀਂ ਤੂੰ ਲੈਣਾ, ਤੂੰ ਬਸ ਇੱਕ ਦੋ ਲਾਈਨ ਜਿਹੜੀਆਂ ਦੋ ਚੀਜ਼ਾਂ ਬਣੀਆਂ ਉਹ ਵੀ ਮਾੜੀਆਂ ਨਹੀਂ ਹੈ, ਡਾਕਟਰ ਜਾਂ ਇੰਜੀਨੀਅਰ ਬਣਨਾ ਹੈ ਨਾ, ਤੂੰ ਇੱਕ ਡਾਂਸ ਲਾਈਨ ਦੇ ਵਿੱਚ ਨਹੀਂ ਜਾਣਾ, ਤੂੰ ਇੱਕ ਡਾਂਸਰ ਨਹੀਂ ਬਣਨਾ, ਇੱਕ ਆਰਟਿਸਟ ਨਹੀਂ ਬਣਨਾ। ਉਹਨਾਂ ਮਾਂ-ਬਾਪ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਹੁਣ ਉਹ ਜ਼ਮਾਨਾ ਜਾ ਚੁੱਕਿਆ ਕਿ ਜਿਹੜਾ ਡਾਂਸ ਨੂੰ ਅਸੀਂ ਨੀਚ ਦ੍ਰਿਸ਼ਟੀ ਨਾਲ ਦੇਖਦੇ ਸੀ ਜੀ, ਹੁਣ ਲੋਕਾਂ ਦੀ ਸੋਚ ਬਹੁਤ ਡਿਵੈਲਪ ਹੋ ਚੁੱਕੀ ਹੈ। ਉਹਦੇ ਵਿੱਚ ਬਹੁਤ ਜ਼ਿਆਦਾ ਰੋਲ ਜਿਹੜਾ ਐਜੂਕੇਸ਼ਨ ਦਾ ਵੀ ਰਿਹਾ ਹੈ। ਹੁਣ ਮਾਂ-ਬਾਪ ਕੱਲੇ ਡਾਕਟਰ ਇੰਜੀਨੀਅਰ ਨਹੀਂ ਬਣਾਉਣਾ ਚਾਹੁੰਦੇ ਆਪਣੇ ਬੱਚਿਆਂ ਨੂੰ, ਇੱਕ ਬਹੁਤ ਅੱਛਾ ਆਰਟਿਸਟ, ਇੱਕ ਬਹੁਤ ਅੱਛਾ ਪ੍ਰੈਜ਼ੈਂਟਰ, PhD ਡਾਕਟਰਸ ਜਿਹੜੇ ਨੇ ਉਹ ਹੁਣ ਡਾਂਸ ਦੇ ਫੀਲਡ ਦੇ ਵਿੱਚ ਵੀ ਬਣ ਰਹੇ ਨੇ। ਹਾਂਜੀ, ਤੇ ਮੈਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ ਕਿ ਹੁਣ ਲੋਕਾਂ ਦੇ ਵਿੱਚ ਅਵੇਅਰਨੈਸ ਆ ਚੁੱਕੀ ਹੈ। ਹੁਣ ਪੇਰੈਂਟਸ ਨੂੰ ਆਪਣੀ ਸੋਚ ਨੂੰ ਬਦਲਣ, ਜੇ ਉਹ ਆਪਣੇ ਬੱਚੇ ਨੂੰ ਸ਼ਾਮ ਨੂੰ ਡਾਂਸ ਕਲਾਸ ਜੁਆਇਨ ਕਰਵਾ ਦਿੰਦੇ ਆ, ਉਹ ਦੇਖਦੇ ਆ ਕਿ ਅਸੀਂ ਸਾਡਾ ਬੱਚਾ ਐਕਟਿਵ ਹੋਵੇ, ਤਾਂ ਫਿਰ ਉਹਨਾਂ ਨੂੰ ਐਜ਼ ਅ ਪ੍ਰੋਫੈਸ਼ਨ ਕਿਉਂ ਨਹੀਂ ਚੁਣਨਾ ਦੇ ਸਕਦੇ? ਤੇ ਮੈਨੂੰ ਲੱਗਦਾ ਉਹਨਾਂ ਨੂੰ ਆਪਣੀ ਇਹ ਸੋਚ ਨੂੰ ਛੱਡਣਾ ਪਏਗਾ ਤੇ ਅੱਗੇ ਵਧਣਾ ਪਏਗਾ। ਡਾਂਸ ਵੀ ਹੁਣ ਉਸੇ ਲੈਵਲ ਤੇ ਆ ਖੜਾ ਹੋਇਆ ਜਿੱਥੇ ਮੈਡੀਕਲ, ਜੇ ਤੁਹਾਡੇ ਡਾਕਟਰਸ ਨੇ, ਤੁਹਾਡੇ ਇੰਜੀਨੀਅਰਸ ਨੇ, ਹੁਣ ਅਸੀਂ ਵੀ ਆਪਣੇ ਆਪ ਨੂੰ ਇੱਕ ਬਹੁਤ ਵਧੀਆ ਡਾਕਟਰਸ ਮੰਨਦੇ ਆ। ਅਸੀਂ ਇੱਕ ਸਪੈਸ਼ਲਾਈਜੇਸ਼ਨ ਸਾਡੀ ਜਿਹੜੀ ਹੈਗੀ ਹੈ ਆਪਣੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਹੈਗੀ ਹੈ। ਹੁਣ ਉਹ ਸੋਚ ਖਤਮ ਹੋ ਚੁੱਕੀ ਹੈ। ਮੈਂ ਕਹਿਣਾ ਚਾਹਾਂਗੀ ਸਾਰੇ ਪੇਰੈਂਟਸ ਨੂੰ, ਹੁਣ ਉਹਨਾਂ ਨੂੰ ਵੀ ਇਹ ਸੋਚ ਨੂੰ ਬਦਲਣਾ ਚਾਹੀਦਾ ਹੈ। ਦੇਖੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਗੋਡ ਗਿਫਟਡ ਨੇ ਜੀ। ਡਾਂਸ ਇੱਕ ਇਹੋ ਜਿਹੀ ਫਾਰਮ ਹੈ ਜਾਂ ਮਿਊਜ਼ਿਕ ਇੱਕ ਇਹੋ ਜਿਹੀ ਫਾਰਮ ਹੈ ਜਿਹੜੀ ਬਾਏ ਬਰਥ ਬੱਚਿਆਂ ਨੂੰ ਗੋਡ ਗਿਫਟਡ ਹੁੰਦੀ ਹੈ। ਸਾਨੂੰ ਉਹਨਾਂ ਨੂੰ ਕਦੇ ਨਹੀਂ ਰੋਕਣਾ ਚਾਹੀਦਾ। ਕਈ ਬੱਚੇ ਬੜੇ ਅੱਛੇ ਆਰਟਿਸਟ ਹੁੰਦੇ ਆ ਲੇਕਿਨ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਤਾਂ ਉੱਥੇ ਹੀ ਰਹਿ ਜਾਂਦੇ ਆ। ਹੁਣ ਤਾਂ ਬੱਚਿਆਂ ਨੂੰ ਮੰਚ ਦੇਣਾ ਚਾਹੀਦਾ ਤਾਂ ਕਿ ਉਹ ਐਕਸਪਲੋਰ ਕਰ ਸਕਣ ਆਪਣੀ ਫੀਲਡ ਨੂੰ, ਹੈ ਨਾ, ਆਪਣੇ ਆਪ ਨੂੰ, ਆਪਣੇ ਦਿਲ ਦੀ ਚਾਹ ਪੂਰੀ ਕਰ ਸਕਣ। ਤੇ ਹੁਣ ਇਹ ਉਹ ਲੈਵਲ ਨਹੀਂ ਰਹਿ ਗਿਆ, ਇਹ ਉਹ ਸੋਚ ਨਹੀਂ ਰਹਿ ਗਈ ਜਿਹੜੀ ਨੀਚ ਦ੍ਰਿਸ਼ਟੀ ਨਾਲ ਦੇਖੀ ਜਾ ਸਕੇ। ਲੈਵਲ ਬਹੁਤ ਆਈ ਹੈ। ਹੁਣ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਆਪਾਂ, ਦੇਖੋ ਐਜ਼ ਅ ਸਬਜੈਕਟ ਸਾਡੇ ਵਿੱਚ ਯੂਜ਼ ਹੋਣ ਲੱਗ ਗਿਆ, ਡਿਗਰੀ ਮਿਲ ਰਹੀ ਹੈ ਸਾਡੇ ਕੋਲ, BA ਹੈ, MA, ਮਾਸਟਰਸ ਹੈ। ਹੁਣ ਦੇਖੋ ਸਾਡੀ ਸਪੈਸ਼ਲਾਈਜੇਸ਼ਨ ਹੋ ਗਈ ਹੈ ਮਾਸਟਰਸ, ਉਹਦੇ ਬਾਅਦ ਤੁਸੀਂ PhD ਕਰੋ, MPhil ਕਰੋ, ਜੋ ਮਰਜ਼ੀ ਕਰੋ। ਤੇ ਇਹ ਲੈਵਲ ਜਿਹੜਾ ਹੈ ਹੁਣ ਉਹ ਚੇਂਜ ਹੋ ਚੁੱਕਿਆ ਹੈ। ਸਾਡੀ ਸੋਚ ਨੂੰ ਵੀ ਚੇਂਜ ਹੋਣਾ ਪਏਗਾ ਤਾਂ ਕਿ ਅਸੀਂ ਬੱਚਿਆਂ ਦੀਆਂ ਫੀਲਿੰਗਸ ਨੂੰ ਨਾ ਦਬਾਈਏ। ਜੀ, ਕਈ ਵਾਰ ਕੀ ਹੁੰਦਾ, ਮਾਂ-ਬਾਪ ਬੱਚੇ ਦੀ ਜਿਹੜੀ ਆ ਉਹ ਕਲਾ ਨੂੰ ਨਹੀਂ ਪਛਾਣ ਪਾਉਂਦੇ। ਜਿਹੜੇ ਅਧਿਆਪਕ ਹੈ ਉਹ ਸਕੂਲਾਂ ਕਾਲਜਾਂ ਦੇ ਵਿੱਚ ਟੈਲੈਂਟ ਹੰਟ ਕਰਵਾਉਂਦੇ। ਇਹ ਡਿਊਟੀ ਟੀਚਰਸ ਦੀ ਬਣਦੀ ਹੈ। ਜੇ ਤੁਹਾਨੂੰ ਕਿਸੇ ਬੱਚੇ 'ਚ ਥੋੜਾ ਜਿਹਾ ਵੀ ਸਪਾਰਕ ਦਿਖਦਾ ਤਾਂ ਸਾਨੂੰ ਉਸ ਬੱਚੇ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ, ਉਹਦੇ ਹੁਨਰ ਨੂੰ ਹੋਰ ਨਿਖਾਰਨਾ ਚਾਹੀਦਾ ਹੈ
ਤਾਂ ਕਿ ਉਹ ਬੱਚੇ ਦੇ ਜਿਹੜੀ ਆਪਣੀ ਕਲਾ ਉਹ ਦਬੀ ਨਾ ਰਹਿ ਜਾਏ ਹੈ ਨਾ। ਤੇ ਕਈ ਵਾਰੀ ਪੇਰੈਂਟਸ ਨਹੀਂ ਸਮਝ ਪਾਉਂਦੇ ਕਿਉਂਕਿ ਪੇਰੈਂਟਸ ਦੀ ਸੋਚ ਉੱਥੇ ਤੱਕ ਨਹੀਂ ਹੁੰਦੀ। ਬੀਇੰਗ ਅ ਟੀਚਰ ਸਾਡੀ ਡਿਊਟੀ ਬਣਦੀ ਹੈ, ਅਗਰ ਬੱਚੇ ਦੇ ਵਿੱਚ ਕੁਝ ਵੀ ਸਾਨੂੰ ਥੋੜਾ ਜਿਹਾ ਵੀ ਫੀਲਿੰਗਸ ਲੱਗਦੀਆਂ, ਕੋਈ ਵੀ ਸਪਾਰਕ ਦਿਖਦਾ ਤਾਂ ਉਸ ਨੂੰ ਅਸੀਂ ਹੋਰ ਜ਼ਿਆਦਾ ਐਕਸਪਲੋਰ ਕਰੀਏ। ਜੀ, ਤੇ ਤੁਸੀਂ ਕਿੱਦਾਂ ਬੱਚਿਆਂ ਨੂੰ ਲੈ ਕੇ ਆਉਂਦੇ ਹੋ? ਕਿੱਦਾਂ ਟੈਲੈਂਟ ਹੰਟ ਹੁੰਦੇ ਆ? ਯੂਥ ਫੈਸਟੀਵਲਸ ਵੀ ਹੁੰਦੇ ਆ ਕਾਲਜ ਦੇ ਵਿੱਚ, ਤੇ ਕਾਫੀ ਕਾਲਜਸ ਦੇ ਵਿੱਚ ਜਿਹੜੇ ਆ ਵਿਦੇਸ਼ਾਂ ਵਿੱਚ ਵੀ ਬੱਚਿਆਂ ਨੂੰ ਲੈ ਕੇ ਜਾਂਦੇ ਹੋ ਤੁਸੀਂ? ਹਾਂਜੀ ਪਰਮ, ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ APJ ਕਾਲਜ ਦੇ ਵਿੱਚ ਹੈਗੀ ਹਾਂ। ਇਹ ਕਾਲਜ ਜਿਹੜਾ ਹੈਗਾ ਇਹ ਬਣਿਆ ਹੀ ਮੈਨੂੰ ਲੱਗਦਾ ਕਿ ਕਲਚਰ ਨੂੰ ਬਹੁਤ ਜ਼ਿਆਦਾ ਫੈਲਾਉਣ ਦੇ ਲਈ, ਸਰਕੂਲੇਟ ਕਰਨ ਦੇ ਲਈ ਤੇ ਬੱਚਿਆਂ ਨੂੰ ਨੌਲੇਜ ਦੇਣ ਦੇ ਲਈ ਇਹ ਇੱਕ ਬਹੁਤ ਵਧੀਆ ਕਾਲਜ ਹੈ। ਇੱਥੇ ਦੇਖੋ ਤੁਸੀਂ, ਸਾਡੇ ਕੋਲ BA ਡਾਂਸ ਹੈਗੀ ਹੈ ਕਥਕ ਦੇ ਵਿੱਚ। ਹੁਣ ਅਸੀਂ ਇੱਕ ਨਵਾਂ ਕੋਰਸ ਵੀ ਸ਼ੁਰੂ ਕੀਤਾ ਹੈ, BVOC ਕੰਟੈਂਪਰੇਰੀ ਫਾਰਮਸ ਆਫ ਡਾਂਸ। ਕਈ ਬੱਚੇ ਕਹਿੰਦੇ ਸੀ ਕਿ ਮੈਡਮ ਸਾਡਾ ਇੰਨਾ ਜ਼ਿਆਦਾ ਇੰਟਰਸਟ ਨਹੀਂ ਹੈਗਾ ਕਿ ਅਸੀਂ ਕਲਾਸੀਕਲ ਡਾਂਸ ਫਾਰਮ ਦੇ ਵਿੱਚ ਜਾਈਏ, ਮੁਸ਼ਕਿਲ ਲੱਗਦਾ ਤੇ ਉਹਨਾਂ ਦਾ ਕਈ ਵਾਰੀ ਇੰਟਰਸਟ ਵੀ ਨਹੀਂ ਹੁੰਦਾ। ਤਾਂ ਅਸੀਂ BVOC ਕੰਟੈਂਪਰੇਰੀ ਫਾਰਮਸ ਆਫ ਡਾਂਸ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਅਸੀਂ ਬੇਸਿਕ ਜ਼ਰੂਰ ਰੱਖਿਆ, ਥੋੜਾ ਬਹੁਤ ਬੇਸਿਕ ਜਿਹੜਾ ਸ਼ਾਸਤਰੀ ਨ੍ਰਿਤ ਦਾ ਰੱਖ ਕੇ, ਤੇ ਉਹਦੇ ਬਾਅਦ ਉਹਨਾਂ ਨੂੰ ਵੈਸਟਰਨ ਡਾਂਸ ਫਾਰਮਸ ਦੇ ਬਾਰੇ ਵਿੱਚ ਵੀ ਦੱਸਦੇ ਹਾਂ। ਫਿਰ ਉਹਦੇ ਬਾਅਦ ਬੱਚੇ MVOC ਕਰ ਲੈਂਦੇ ਆ, BA ਤੋਂ ਬਾਅਦ MA ਡਾਂਸ ਕਰ ਲੈਂਦੇ ਆ, ਹੈ ਨਾ। ਉਹ ਐਜ਼ ਅ ਸਬਜੈਕਟ ਵੀ ਚੱਲ ਰਿਹਾ ਹੈ ਤੇ ਬੱਚਿਆਂ ਨੂੰ ਨੌਲੇਜ ਵੀ ਵੱਧ ਰਹੀ ਹੈ, ਉਹਨਾਂ ਨੂੰ ਆਪਣੇ ਫੀਲਡ ਦੀ ਡਿਗਰੀ ਵੀ ਮਿਲ ਰਹੀ ਹੈ ਜੀ, ਹੈ ਨਾ। ਤੇ ਇਸ ਕਰਕੇ ਇਹ ਜਿਹੜਾ ਕੋਰਸ ਹੈ ਇਹ ਸਾਡੇ ਕਾਲਜ ਦੇ ਵਿੱਚ ਅੱਛੀ ਤਰ੍ਹਾਂ ਚਲਾਏ ਜਾ ਰਹੇ ਆ। ਉਹਦੇ ਵਿੱਚ ਹੁਣ ਅਸੀਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਜਦੋਂ ਕੋਈ ਸੈਸ਼ਨ ਸ਼ੁਰੂ ਹੁੰਦਾ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਬੱਚੇ ਸ਼ੁਰੂ ਦੇ ਵਿੱਚ ਝਿਜਕ ਮਹਿਸੂਸ ਕਰਦੇ ਆ ਕਿ ਉਹ ਨਹੀਂ ਦੱਸ ਪਾਉਂਦੇ, ਇਸ ਲਈ ਫਿਰ ਅਸੀਂ ਕਾਲਜਿਸ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਸੈਸ਼ਨ ਸ਼ੁਰੂ ਹੁੰਦੇ ਇੱਕ ਟੈਲੈਂਟ ਹੰਟ ਕਰ ਲਿੱਤਾ ਜਾਂਦਾ, ਜਿਹਦੇ ਵਿੱਚ ਬੱਚਿਆਂ ਨੂੰ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਪਰਫਾਰਮ ਕਰਨ ਨੂੰ ਕਿਹਾ ਜਾਂਦਾ। ਕਈ ਬੱਚੇ ਫੋਕ ਦੇ ਵਿੱਚ ਨਿਖਰ ਕੇ ਆਉਂਦੇ ਆ, ਫਿਰ ਅਸੀਂ ਫੋਕ ਡਾਂਸ ਦੇ ਲਈ ਉਹਨਾਂ ਦੀ ਸਿਲੈਕਸ਼ਨ ਕਰਦੇ ਹਾਂ। ਕਈ ਬੱਚੇ ਕਲਾਸੀਕਲ ਡਾਂਸ ਦੇ ਵਿੱਚ ਆਉਂਦੇ ਆ, ਹੈ ਨਾ। ਕੋਈ ਜਰਨਲ ਡਾਂਸਿਸ ਦੇ ਵਿੱਚ ਟੈਲੈਂਟ ਹੰਟ ਦੇ ਨਾਲ ਸਾਨੂੰ ਬੱਚੇ ਮਿਲ ਜਾਂਦੇ ਆ, ਕਾਫੀ ਯੂਥ ਫੈਸਟੀਵਲ ਦੇ ਕਾਫੀ ਬੱਚੇ ਮਿਲ ਜਾਂਦੇ। ਫਿਰ ਅਸੀਂ ਇੱਕ ਟੀਮ ਬਿਲਡ ਕਰ ਲੈਂਦੇ ਆ ਜੀ। ਫਿਰ ਉਹ ਬੱਚਿਆਂ ਨੂੰ ਤੁਸੀਂ ਜਾਣਦੇ ਹੀ ਹੋ ਕਿ ਯੂਥ ਫੈਸਟੀਵਲ ਜਿਹੜਾ ਹੈਗਾ ਉਹ ਨੈਸ਼ਨਲ ਲੈਵਲ ਤੱਕ ਹੈ। ਬੱਚਿਆਂ ਨੂੰ ਇੰਨਾ ਵੱਡਾ ਪਲੇਟਫਾਰਮ ਜਿਹੜਾ ਸਾਡੇ ਵੱਲੋਂ ਮਿਲਦਾ ਹੈ, ਉਹ ਸਭ ਤੋਂ ਵੱਡਾ ਪਲੇਟਫਾਰਮ ਜਿਹੜਾ ਹੈਗਾ ਉਹ ਯੂਥ ਫੈਸਟੀਵਲਸ ਹੈਗਾ। ਯੂਥ ਫੈਸਟੀਵਲ ਦੇ ਵਿੱਚ ਕਲਾਸੀਕਲ ਡਾਂਸ ਵੀ ਹੈ, ਉਹਦੇ ਵਿੱਚ ਫੋਕ ਵੀ ਹੈ, ਗਿੱਧਾ ਭੰਗੜਾ ਵੀ ਹੈ। ਐਦਾਂ ਦੀ ਅਸੀਂ ਸਿਲੈਕਸ਼ਨ ਬੱਚਿਆਂ ਦੀ ਟੀਮ ਵਾਈਜ਼ ਕਰ ਲੈਂਦੇ ਆ ਕਿ ਕਿਸ ਨੂੰ ਅਸੀਂ ਕਲਾਸੀਕਲ 'ਚ ਰੱਖਣਾ ਹੈ, ਕਿਸ ਨੂੰ ਫੋਕ ਦੇ ਵਿੱਚ ਰੱਖਣਾ ਹੈ, ਕਿਸੇ ਨੂੰ ਗਿੱਧੇ ਭੰਗੜੇ ਵਿੱਚ ਰੱਖਣਾ ਹੈ। ਤੇ ਉਹ ਯੂਥ ਫੈਸਟੀਵਲ ਦੇ ਵਿੱਚ ਫਿਰ ਨੈਸ਼ਨਲ ਲੈਵਲ ਤੱਕ ਜਾਂਦੇ ਆ। ਫਿਰ ਉਹਦੇ ਬਾਅਦ ਜੇ ਪਰਮਾਤਮਾ ਕਰਦਾ, ਜਿਵੇਂ ਸਾਡਾ ਕਾਲਜ ਬੜਾ ਲੱਕੀ ਹੈ, ਅਸੀਂ 6-7 ਵਾਰ 100 ਫੈਸਟ ਜਿਹੜਾ ਕਿ ਇੰਟਰਨੈਸ਼ਨਲ ਫੈਸਟੀਵਲ ਹੈ, ਉਹਦੇ ਵਿੱਚ ਸਾਡੇ ਬੱਚੇ ਡਾਂਸ ਪਰਫਾਰਮ ਕਰ ਚੁੱਕੇ ਨੇ ਜੀ। ਹੁਣ ਜਿੱਦਾਂ ਕਾਫੀ ਸਮੇਂ ਤੋਂ ਕੋਵਿਡ ਦਾ ਚੱਲ ਰਿਹਾ ਜੀ, ਤੇ ਆਨਲਾਈਨ ਕਲਾਸਾਂ ਕਿੱਦਾਂ ਚੱਲਦੀਆਂ ਬੱਚਿਆਂ ਦੀਆਂ ਡਾਂਸ ਦੇ ਵਿੱਚ? ਕਿਉਂਕਿ ਕਿਤਾਬਾਂ ਤੇ ਅਸੀਂ ਆਨਲਾਈਨ ਪੜ੍ਹ ਲੈਂਦੇ ਆ, ਲੈਕਚਰ ਦਿੰਦੇ ਆ ਟੀਚਰ ਤੇ ਅਸੀਂ ਪੜ੍ਹ ਲਈਦਾ, ਡਾਂਸ ਨੂੰ ਕਿੱਦਾਂ ਤੁਸੀਂ ਕਰਵਾਉਂਦੇ ਹੋ? ਹੈ ਤਾਂ ਪਰਮ ਦੇਖੋ ਬਹੁਤ ਜ਼ਿਆਦਾ ਮੁਸ਼ਕਿਲ ਜੀ, ਲੇਕਿਨ ਹੁਣ ਅਸੀਂ ਆਪਣੇ ਸਬਜੈਕਟ ਨੂੰ ਇੱਦਾਂ ਛੱਡ ਵੀ ਨਹੀਂ ਸਕਦੇ ਤੇ ਅਸੀਂ ਬੜਾ ਵਧੀਆ ਉਪਰਾਲਾ ਕੀਤਾ। ਅੱਜ ਕੱਲ੍ਹ ਅਸੀਂ ਬੱਚਿਆਂ ਨੂੰ ਇੱਕ ਦਿਨ ਲਈ ਵੀ ਸਟੱਡੀਜ਼ ਦੇ ਵਿੱਚ ਬ੍ਰੇਕ ਨਹੀਂ ਆਉਣ ਦਿੱਤੀ। ਜਿੱਦਾਂ ਇਹ ਪੈਂਡੈਮਿਕ ਸ਼ੁਰੂ ਹੋਇਆ, ਅਸੀਂ ਬੱਚਿਆਂ ਨੂੰ ਆਨਲਾਈਨ ਕਲਾਸਿਸ ਦੇ ਰਹੇ ਹਾਂ। ਉਹਦੇ ਵਿੱਚ ਥੋੜਾ ਟਾਈਮ ਐਕਸਟੈਂਡ ਕਰਤਾ, ਜਿਵੇਂ ਥਿਊਰੀ ਦੇ ਅਸੀਂ ਨੋਟਸ ਦੇ ਦਿੰਦੇ ਆ, ਪ੍ਰੈਕਟੀਕਲ ਅਸੀਂ ਲਾਈਵ ਸੈਸ਼ਨ ਲੈ ਰਹੇ ਹਾਂ ਬੱਚਿਆਂ ਦੇ, ਤਾਂ ਕਿ ਬੱਚਿਆਂ ਨੂੰ ਹਰ ਸਬਜੈਕਟ ਦੇ ਵਿੱਚ, ਹਰ ਫੀਲਡ ਦੇ ਵਿੱਚ ਨੌਲੇਜ ਮਿਲ ਸਕੇ। ਜਿਹੜਾ ਵੀ ਉਹਨਾਂ ਦਾ ਪ੍ਰੈਕਟੀਕਲ ਪਾਰਟ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਇੱਕ ਵੀਡੀਓ ਬਣਾ ਕੇ ਭੇਜ ਦਿੱਤੀ ਜਾਵੇ, ਤਾਂ ਕਿ ਜਦੋਂ ਵੀ ਉਹ ਫ੍ਰੀ ਹੁੰਦੇ ਆ ਤਾਂ ਉਸ ਵੀਡੀਓ ਨੂੰ ਦੇਖ ਕੇ ਸਿੱਖ ਸਕਣ। ਲਾਈਵ ਸੈਸ਼ਨ ਦੇ ਦੌਰਾਨ ਕੋਈ ਉਹਨਾਂ ਨੂੰ ਦਿੱਕਤ ਹੈ ਉਹ ਸਾਡੇ ਤੋਂ ਪੁੱਛ ਸਕਣ। ਤੇ ਡਿਫਿਕਲਟੀਜ਼ ਤਾਂ ਆ ਰਹੀਆਂ ਦੇਖੋ, ਕਿਉਂਕਿ ਡਾਂਸ ਇੱਕ ਐਸਾ ਫੀਲਡ ਹੈ ਜੋ ਰੂਬਰੂ ਹੋ ਕੇ ਸਿੱਖਿਆ ਜਾ ਸਕਦਾ ਹੈ ਨਾ। ਲੇਕਿਨ ਹੁਣ ਹਾਲਾਤ ਇਹੋ ਜਿਹੇ ਨੇ, ਉਹ ਸਾਨੂੰ ਇਜਾਜ਼ਤ ਨਹੀਂ ਦਿੰਦੇ ਇਸ ਕੰਮ ਦੇ ਲਈ। ਇਸ ਕਰਕੇ ਅਸੀਂ ਬੱਚਿਆਂ ਨੂੰ ਆਨਲਾਈਨ ਸਟੱਡੀਜ਼ ਦੇ ਵਿੱਚ ਜ਼ੂਮ ਕਲਾਸਿਸ ਦੇ ਰਹੇ ਹਾਂ, ਹੈ ਨਾ। ਉਹਦੇ ਵਿੱਚ ਬੱਚੇ ਆਪਣੀ ਟ੍ਰੇਨਿੰਗ ਲੈ ਰਹੇ ਨੇ ਸਾਡੇ ਤੋਂ ਜੀ। ਹੁਣ ਗੱਲ ਕਰਾਂਗੇ ਇਹਦੀ ਸਕੋਪ ਦੀ। ਕਿ ਇੱਕ ਜਦੋਂ ਇੱਕ ਡਾਂਸ ਦੀ ਸਿੱਖਿਆ ਲੈਂਦਾ ਹੈ ਬੱਚਾ, MA ਕਰਦਾ ਹੈ ਜਾਂ PhD ਕਰਦਾ ਹੈ, ਉਹ ਸਿਰਫ ਟੀਚਿੰਗ ਲਾਈਨ 'ਚ ਜਾਂਦਾ ਹੈ? ਹੋਰ ਕਿਹੜੇ ਰਸਤੇ ਉਹਦੇ ਵਾਸਤੇ ਖੁੱਲ੍ਹਦੇ ਨੇ? ਹੁਣ ਜੇ ਤੁਸੀਂ ਕਹੋ ਕਿ ਸਕੋਪਸ ਕੀ ਨੇ, ਸਕੋਪ ਬਹੁਤ ਵਾਸਟ ਹੋ ਚੁੱਕਿਆ ਜੀ। ਤੁਸੀਂ MA ਕਰਕੇ ਇੱਕ ਟੀਚਰ ਵੀ ਲੱਗ ਸਕਦੇ ਹੋ, ਇੱਕ ਪ੍ਰੋਫੈਸਰ ਲੱਗ ਸਕਦੇ ਹੋ, ਹੈ ਨਾ। ਸਭ ਤੋਂ ਵੱਡੀ ਗੱਲ, ਹੁਣ ਛੋਟੇ ਬੱਚੇ ਜਿੰਨੇ ਕੁ ਵੀ ਮਤਲਬ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਅੰਦਰ ਡਾਂਸ ਹੈ, ਅਸੀਂ ਆਪਣੇ ਇੱਕ ਸਟੇਜ ਦੇਣੀ ਹੈ ਆਪਣੇ ਆਪ ਨੂੰ, ਜਾਂ ਅਸੀਂ ਆਪਣੇ ਡਾਂਸ ਨੂੰ ਦੁਨੀਆ ਤੱਕ ਦਿਖਾਣਾ ਹੈ, ਤਾਂ ਉਹਨਾਂ ਨੇ ਬਹੁਤ ਸੋਹਣੀਆਂ ਅਕੈਡਮੀਜ਼ ਖੋਲ ਰੱਖੀਆਂ, ਛੋਟੀਆਂ ਅਕੈਡਮੀਜ਼ ਹੈ, ਜਿੱਥੇ 4-4 5-5 ਬੱਚੇ, ਕਈ ਬਹੁਤ ਹਾਈ ਲੈਵਲ ਤੇ ਕਰ ਰਹੇ ਹੈ, ਕੋਈ ਫਿਟਨੈਸ ਤੇ ਕਰ ਰਿਹਾ, ਕੋਈ ਡਾਂਸ ਕਲਾਸੀਕਲ ਦੀਆਂ ਵੀ ਆਪਣੀਆਂ ਵਰਕਸ਼ਾਪਸ ਦੇ ਰਹੇ ਨੇ। ਤੇ ਇਹਦੇ ਵਿੱਚ ਸਕੋਪ ਹੀ ਸਕੋਪ ਹੈ। ਹੁਣ ਬੱਚਿਆਂ ਦੇ ਕੋਈ ਵਿਹਲਾ ਨਹੀਂ ਰਹਿ ਸਕਦਾ, ਇੱਕ ਆਰਟਿਸਟ ਡਾਂਸਰ ਕੋਈ ਵਿਹਲਾ ਨਹੀਂ ਰਹਿ ਸਕਦਾ। ਬੱਚਿਆਂ ਨੂੰ ਇੰਨੀਆਂ ਜ਼ਿਆਦਾ ਕੋਰੀਓਗ੍ਰਾਫੀਜ਼ ਮਿਲ ਰਹੀਆਂ, ਤੁਸੀਂ ਦੇਖੋ ਅੱਜ ਕੱਲ੍ਹ ਹਰ ਕੋਈ
ਚਾਹੁੰਦਾ ਹੈ ਕਿ ਅਸੀਂ ਆਪਣੀ ਵੈਡਿੰਗ ਦੇ ਉੱਤੇ ਹੈ ਨਾ ਆਪਣੀ ਫੀਲਿੰਗਸ ਦਿਖਾਈਏ, ਆਪਣੇ ਰਿਲੇਸ਼ਨਸ਼ਿਪਸ ਦੀ ਡਾਂਸ ਕੋਰੀਓਗ੍ਰਾਫੀ ਕਰੀਏ। ਤਾਂ ਵੈਡਿੰਗ ਕੋਰੀਓਗ੍ਰਾਫੀਜ਼ ਦਾ ਬੱਚਿਆਂ ਕੋਲ ਬਹੁਤ ਜ਼ਿਆਦਾ ਕੰਮ ਹੈ, ਬੱਚਿਆਂ ਕੋਲ ਹੋਮ ਟਿਊਸ਼ਨਸ ਬਹੁਤ ਜ਼ਿਆਦਾ ਨੇ ਤੇ ਉਹ ਸਟੂਡੀਓਜ਼ ਦਾ ਕੰਮ ਕਰ ਰਹੇ ਨੇ, ਕਿਤੇ ਕਈ ਵਾਰੀ ਕੋਈ Song ਆਉਂਦਾ ਉਹਦੇ ਵਿੱਚ ਕੋਰੀਓਗ੍ਰਾਫੀ ਕਰ ਰਹੇ ਆ। ਤਾਂ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਬੱਚਾ ਹੁਣ ਵਿਹਲਾ ਨਹੀਂ ਹੈ। ਔਰ ਕਈ ਬੱਚੇ ਇਹੋ ਜਿਹੇ ਜਿਹੜੇ ਐਕਟਿੰਗ ਲਾਈਨ 'ਚ ਵੀ ਜਾਂਦੇ, ਕਿਉਂਕਿ ਕਥਾ ਕਹੇ ਸੋ ਕਥਕ ਕਹਾਵੇ, ਹੈ ਨਾ। ਬਿਲਕੁਲ ਬਿਲਕੁਲ। ਤੇ ਉਹ ਕਥਾ ਜਿਹੜੀ ਆ ਉਹ ਇੱਕ ਤਰ੍ਹਾਂ ਆਪਾਂ ਐਕਟ ਕਰਕੇ ਦਿਖਾਉਂਦੇ ਆ, ਐਕਟਿੰਗ ਅਭਿਨੇ ਹੈ ਨਾ, ਅਭਿਨੇ ਦੇ ਨਾਲ ਤਾਂ ਡਾਂਸ ਜੁੜਿਆ ਹੀ ਹੋਇਆ ਤੇ ਉਹਨਾਂ ਨੂੰ ਥੀਏਟਰ ਵਾਲਿਆਂ ਨੂੰ ਵੀ ਡਾਂਸ ਦੀ ਜ਼ਰੂਰਤ ਹੈ, ਡਾਂਸ ਦੇ ਵਿੱਚ ਵੀ ਐਕਸਪ੍ਰੈਸ਼ਨ ਹੋਣ ਕਰਕੇ ਸਾਨੂੰ ਵੀ ਥੀਏਟਰ ਵਾਲਿਆਂ ਦੇ ਨਾਲ ਜ਼ਰੂਰਤ ਹੈ। ਔਰ ਕਈ ਤੁਹਾਡੇ ਇਹੋ ਜਿਹੇ ਸਟੂਡੈਂਟ ਵੀ ਹੋਣਗੇ ਜਿਹੜੇ ਫਿਲਮਾਂ ਦੇ ਵਿੱਚ ਕੰਮ ਬਿਲਕੁਲ ਬਿਲਕੁਲ। ਤੁਸੀਂ ਦੇਖੋ ਹੁਣ ਸਾਡੀਆਂ ਬੜੇ ਅੱਛੇ ਅੱਛੇ ਬੱਚੇ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ, ਜਿਹੜੀਆਂ ਵੀਡੀਓ ਕੋਰੀਓਗ੍ਰਾਫੀਜ਼ ਵੀ ਕਰ ਰਹੇ ਨੇ ਤੇ ਵੀਡੀਓ ਐਡੀਟਿੰਗਸ ਵੀ ਕਰ ਰਹੇ ਨੇ, ਵੀਡੀਓ ਡਾਂਸ ਦੀ ਸ਼ੂਟਿੰਗਸ ਵੀ ਕਰ ਰਹੇ ਆ, ਡਾਂਸ ਟ੍ਰੇਨਰਸ ਵੀ ਬਣ ਚੁੱਕੇ ਨੇ। ਜਿਵੇਂ ਕਈ ਵਾਰੀ ਕੋਈ ਟਰੈਕ ਆਉਂਦਾ ਉਹਦੀ ਕੋਰੀਓਗ੍ਰਾਫੀ ਕਰਵਾਣੀ ਹੈ ਨਾ, ਉਹਨਾਂ ਦੇ ਕੋਈ ਐਕਸਪ੍ਰੈਸ਼ਨਲ ਪਾਰਟ ਕਰਵਾਉਣਾ, ਉਹ ਸਾਰਾ ਕੰਮ ਬੱਚਿਆਂ ਦੇ ਕੋਲ ਹੈਗਾ। ਬਹੁਤ ਅੱਛਾ, ਕੀ ਬਾਤ ਹੈ। ਇੱਕ ਗੱਲ ਤੁਹਾਡੀਆਂ ਗੱਲਾਂ 'ਚੋਂ ਮੈਂ ਸੁਣੀ ਸੀ, ਗੁਰੂ ਸ਼ਿਸ਼ਯ ਪਰੰਪਰਾ। ਜੀ ਜੀ ਜੀ। ਮੈਨੂੰ ਲੱਗਦਾ ਹੈ ਕਿ ਗੁਰੂ ਸ਼ਿਸ਼ਯ ਪਰੰਪਰਾ ਸਾਡੇ ਸੰਗੀਤ ਦੇ ਵਿੱਚ, ਗਾਇਨ ਵਾਦਨ ਨ੍ਰਿਤ ਦੇ ਵਿੱਚ ਬਾਕੀ ਸਬਜੈਕਟਸ ਦੇ ਅਕੋਰਡਿੰਗ ਬਹੁਤ ਜ਼ਿਆਦਾ ਹੈ। ਬਿਲਕੁਲ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਹੁਤ ਜ਼ਿਆਦਾ ਵੀ ਹੈ ਔਰ ਬਹੁਤ ਜ਼ਰੂਰੀ ਵੀ ਹੈ ਜੀ। ਦੇਖੋ ਕਈ ਜਗ੍ਹਾ ਤੇ ਇਹ ਪ੍ਰਥਾ ਖਤਮ ਹੁੰਦੀ ਚਲੀ ਜਾ ਰਹੀ ਹੈ ਜੀ, ਲੇਕਿਨ ਆਪਾਂ ਨੇ ਇਸ ਨੂੰ ਬਚਾ ਕੇ ਰੱਖਣਾ, ਕਿਉਂਕਿ ਇਹ ਜਿਹੜਾ ਵੀ ਸੰਗੀਤ ਦਾ ਫੀਲਡ, ਮੈਂ ਕਹਾਂਗੀ ਇਕੱਲਾ ਡਾਂਸ ਨਹੀਂ ਕਹਾਂਗੀ ਜੀ, ਸੰਗੀਤ ਦਾ ਜਿਹੜਾ ਵਿਸ਼ੇ ਹੈ ਇਹਦੇ ਵਿੱਚ ਇਹ ਪਰੰਪਰਾ ਦਾ ਰਹਿਣਾ ਬਹੁਤ ਜ਼ਰੂਰੀ ਹੈ। ਜਦ ਤੱਕ ਤੁਹਾਡੇ ਅੰਦਰੋਂ ਆਪਣੇ ਗੁਰੂ ਦੇ ਲਈ ਸ਼ਰਧਾ ਨਹੀਂ ਆਏਗੀ, ਤੁਸੀਂ ਸਕਸੈਸਫੁਲ ਨਹੀਂ ਹੋ ਸਕਦੇ। ਗੁਰੂ ਨੂੰ ਸਰਵ ਸ੍ਰੇਸ਼ਟ ਮੰਨਿਆ ਗਿਆ ਜੀ, ਹੈ ਨਾ, ਪਰਮਾਤਮਾ ਦਾ ਦਰਜਾ ਦਿੱਤਾ ਜਾਂਦਾ ਹੈ। ਤੇ ਇਹ ਜਿਹੜੀ ਸਿੱਖਿਆ ਇਹ ਤੁਹਾਨੂੰ ਗੁਰੂ ਦੇ ਕੋਲ ਰਹਿ ਕੇ, ਗੁਰੂ ਦੇ ਨਾਲ ਜੁੜ ਕੇ ਹੀ ਲੈ ਸਕਦੇ ਹੋ ਜੀ। ਤੁਸੀਂ ਦੇਖੋ ਹਜੇ ਵੀ ਸਾਡੇ ਕਲਚਰ ਦੇ ਵਿੱਚ ਇਹ ਪ੍ਰਥਾ, ਤੁਸੀਂ ਜਾਣਦੇ ਹੀ ਹੋ, ਤੁਸੀਂ ਸਬਜੈਕਟ ਨਾਲ ਜੁੜੇ ਹੀ ਹੋਏ ਹੋ ਕਿ ਸਾਡੇ ਵਿੱਚ ਬਹੁਤ ਰਹਿੰਦਾ ਹੈ ਕਿ ਅਸੀਂ ਆਪਣੇ ਗੁਰੂ ਨੂੰ ਆਦਰ ਦੇਣਾ ਹੈ, ਗੁਰੂ ਦੇ ਬਰਾਬਰ ਨਹੀਂ ਬੈਠਣਾ, ਹੈ ਨਾ। ਇਹ ਸਾਰਾ ਕਲਚਰ ਜਿਹੜਾ ਚੱਲਿਆ ਆ ਰਿਹਾ ਜੀ, ਔਰ ਉਹ ਬੱਚਾ ਕਦੇ ਵੀ ਮਾਤ ਨਹੀਂ ਖਾ ਸਕਦਾ ਜਿਹੜਾ ਆਪਣੇ ਗੁਰੂ ਦੇ ਲਈ ਸਿੰਸੀਅਰ ਰਹੇਗਾ ਔਰ ਆਪਣੇ ਗੁਰੂ ਦੀ ਰਿਸਪੈਕਟ ਰੱਖੇਗਾ, ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੇਗਾ। ਕਿਉਂਕਿ ਹਮੇਸ਼ਾ ਇੱਕ ਗੁਰੂ ਚਾਹੁੰਦਾ ਹੈ ਕਿ ਉਹਦਾ ਜਿਹੜਾ ਸ਼ਿਸ਼ਯ ਉਸ ਤੋਂ ਉੱਪਰ ਉੱਠ ਕੇ ਆਵੇ ਜੀ, ਹੈ ਨਾ। ਤੇ ਉਸ ਚੀਜ਼ ਲਈ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੱਸਦੇ ਵੀ ਆ, ਸਿਖਾਉਂਦੇ ਵੀ ਆ, ਉਹਨਾਂ ਨੂੰ ਸਮਝਾਉਂਦੇ ਵੀ ਕਿ ਤੁਹਾਡੇ ਲਈ ਅੱਛਾ ਹੈ, ਕਿੱਦਾਂ ਤੁਸੀਂ ਆਪਣੇ ਫੀਲਡ ਨੂੰ ਹੋਰ ਉੱਪਰ ਚੱਕ ਸਕਦੇ ਹੋ। ਤੇ ਇਹ ਤਦੇ ਆ ਸਕਦਾ ਜਦ ਤੁਸੀਂ ਆਪਣੇ ਗੁਰੂ ਦੇ ਨਾਲ ਜੁੜੇ ਰਹੋਗੇ ਤੇ ਆਪਣੇ ਗੁਰੂ ਦੀ ਰਿਸਪੈਕਟ ਕਰੋਗੇ। ਤੁਸੀਂ ਦੇਖੋ ਹਜੇ ਵੀ ਸਾਡੇ ਕਲਚਰ ਹੈ ਪੈਰ ਛੂਣਾ ਇੱਕ, ਕਿਉਂ ਕਹਿੰਦੇ ਸੀ ਕਿ ਸਾਡੇ ਵਿੱਚ ਉਹ ਆਪਣੇ ਗੁਰੂ ਦੇ ਗੁਣ ਆ ਸਕਣ, ਹੈ ਨਾ। ਅਸੀਂ ਆਪਣੇ ਕਲਾਸ ਦੇ ਵਿੱਚ ਆਉਂਦੇ ਹਾਂ, ਅਸੀਂ ਸਭ ਤੋਂ ਪਹਿਲਾਂ ਨਟਰਾਜ ਜੀ ਨੂੰ ਪ੍ਰਣਾਮ ਕਰਦੇ ਹਾਂ ਕਿ ਹੇ ਈਸ਼ਵਰ, ਅਸੀਂ ਤੁਹਾਡਾ ਜਿਹੜਾ ਇਹ ਫੀਲਡ ਹੈਗਾ ਇਹਨੂੰ ਚੁਣਿਆ ਤੇ ਇਸ ਨੂੰ ਸਖਾਰਤ ਕਰਿਓ, ਸਾਡੇ ਤੋਂ ਕੋਈ ਗਲਤੀ ਹੋ ਜਾਏ क्षमा ਕਰਿਓ। ਅਸੀਂ ਆਪਣੀ ਕਲਾਸ ਦੇ ਵਿੱਚ ਤੁਸੀਂ ਦੇਖੋ ਸਿਰਫ ਇੱਕ ਮਿਊਜ਼ਿਕ, ਇਹੋ ਜਿਹਾ ਡਾਂਸ ਮਿਊਜ਼ਿਕ ਇਹੋ ਜਿਹਾ ਫੀਲਡ ਹੈ ਜਿਹਦੇ ਕਮਰਿਆਂ ਦੇ ਵਿੱਚ ਅਸੀਂ ਕਦੇ ਵੀ ਸਲਿੱਪਰਸ ਲੈ ਕੇ ਨਹੀਂ ਜਾਂਦੇ ਜੀ, ਕਿਉਂਕਿ ਸਾਡੇ ਲਈ ਉਹ ਮੰਚ ਦੇ ਸਮਾਨ ਹੈ, ਉਹ ਜਗ੍ਹਾ ਸਾਡੇ ਲਈ ਮੰਚ ਦੇ ਸਮਾਨ ਹੈ। ਤੇ ਸਾਡੀ ਪੂਰੀ ਸ਼ਰਧਾ ਜਿਸ ਨੂੰ ਅਸੀਂ ਰਿਸਪੈਕਟ ਦੇਵਾਂਗੇ ਉਹ ਹੋਰ ਫੁੱਲੇਗੀ ਜੀ। ਤੇ ਕੁਝ ਹੁਣ ਬੱਚੇ ਜਿਹੜੇ ਆ ਤੁਹਾਡੀਆਂ ਗੱਲਾਂ ਨਾਲ ਬਹੁਤ ਪ੍ਰਭਾਵਿਤ ਹੋ ਰਹੇ ਨੇ, ਤੁਹਾਡੀਆਂ ਗੱਲਾਂ ਸੁਣ ਕੇ, ਤੇ ਉਹ ਚਾਹੁੰਦੇ ਹੋਣਗੇ ਕਿ ਮੈਂ ਵੀ ਡਾਂਸ ਦੇ ਵਿੱਚ ਕੁਝ ਕਰਨਾ ਹੈ। ਬਿਲਕੁਲ, ਸਾਨੂੰ ਖੁਸ਼ੀ ਹੋਈ। ਇਹ ਸਾਨੂੰ ਦੱਸੋ ਕਿ ਜੇ ਕਿਸੇ ਬੱਚੇ ਨੇ ਡਾਂਸ ਅਡਾਪਟ ਕਰਨਾ ਹੈ, ਐਮਏ ਕਰਨੀ ਹੈ, ਜਿੱਦਾਂ ਹੁਣ ਉਹਦੀ ਗ੍ਰੈਜੂਏਸ਼ਨ ਹੋ ਗਈ ਹੈ, ਕੋਈ ਵੀ ਸਬਜੈਕਟਸ ਦੇ ਵਿੱਚ ਹੋਈ ਹੈ, ਕੀ ਉਹ ਡਾਂਸ ਦੀ ਐਮਏ ਕਰ ਸਕਦਾ ਹੈ? ਬਿਲਕੁਲ। ਐਲੀਜੀਬਿਲਿਟੀ ਕੀ ਹੈ? ਜ਼ਰੂਰੀ ਹੈ ਕਿ ਉਹਨੇ ਪਹਿਲਾਂ ਡਾਂਸ ਕੀਤਾ ਹੋਵੇ, ਗ੍ਰੈਜੂਏਸ਼ਨ ਦੇ ਵਿੱਚ ਪੜ੍ਹਿਆ ਹੋਵੇ? ਤੇ ਜੇ ਤੁਹਾਡੇ ਕੋਲ ਇਹੋ ਜਿਹੇ ਸਟੂਡੈਂਟ ਆਉਂਦੇ ਆ ਕਿ ਉਹਨਾਂ ਨੂੰ ਕੋਈ ਪ੍ਰੋਬਲਮਸ ਵੀ ਆਉਂਦੀਆਂ ਨਵੇਂ ਸਿਰੋਂ ਸਿੱਖਣ ਦੀਆਂ? ਬਿਲਕੁਲ ਠੀਕ ਹੈ ਪਰਮ। ਦੇਖੋ ਹੁਣ ਉਹ ਟਾਈਮ ਨਹੀਂ ਰਹਿ ਗਿਆ ਕਿ ਤੁਸੀਂ ਪਹਿਲਾਂ ਸ਼ੁਰੂ ਤੋਂ ਹੀ ਤੁਹਾਡੇ ਅੰਦਰ ਹੋਣਾ ਚਾਹੀਦਾ ਜੀ, ਤੁਸੀਂ +1 ਦੇ ਵਿੱਚ ਵੀ ਡਾਂਸ ਲਿੱਤਾ ਹੋਵੇ, BA ਦੇ ਵਿੱਚ ਵੀ ਤੁਹਾਡੇ ਕੋਲ ਸਬਜੈਕਟ ਹੋਵੇ। ਹੁਣ ਉਹ ਪ੍ਰਥਾ ਖਤਮ ਹੋ ਗਈ ਔਰ ਮੈਨੂੰ ਲੱਗਦਾ ਹੈ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਕਈ ਬੱਚਿਆਂ ਨੂੰ ਬਾਅਦ ਚ ਰਿਅਲਾਈਜ਼ ਹੁੰਦਾ ਹੈ ਕਿ ਅਸੀਂ ਇਸ ਫੀਲਡ ਦੇ ਵਿੱਚ ਜਾ ਸਕਦੇ ਹਾਂ ਜੀ। ਇਹ ਕੋਈ ਜ਼ਰੂਰੀ ਨਹੀਂ ਰਹਿ ਗਿਆ ਕਿ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਵੀ ਡਾਂਸ ਕੀਤਾ ਹੋਵੇ। ਹੁਣ ਸਾਡੇ ਕੋਲ ਕਾਮਰਸ ਦੇ ਬੱਚੇ ਵੀ ਹੈਗੇ ਨੇ, ਹੈ ਨਾ, ਮੈਨੇਜਮੈਂਟ ਦੇ ਬੱਚੇ ਵੀ ਕਰਨਾ ਚਾਹੁੰਦੇ ਆ ਕਿ ਉਹ MA ਡਾਂਸ ਕਰ ਰਹੇ ਨੇ। ਦਿੱਕਤ ਸ਼ੁਰੂ ਦੇ ਵਿੱਚ ਜ਼ਰੂਰ ਆਉਂਦੀ ਹੈ, ਪਰ ਮੈਨੂੰ ਲੱਗਦਾ ਟੀਚਰਸ ਨੂੰ ਚਾਹੀਦਾ ਕਿ ਅਗਰ ਕੋਈ ਬੱਚਾ ਥੋੜਾ ਜਿਹਾ ਐਫੀਸ਼ੀਐਂਟ ਹੈਗਾ, ਉਹ ਚਾਹੁੰਦਾ ਇਸ ਫੀਲਡ ਦੇ ਵਿੱਚ ਨਿਕਲਣਾ, ਤਾਂ ਸਾਨੂੰ ਉਹਨੂੰ ਬੇਸਿਕ ਤੋਂ ਸ਼ੁਰੂ ਕਰਵਾਉਂਦੇ ਆ ਜੀ, ਹੈ ਨਾ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਫਰੋਮ ABC ਸ਼ੁਰੂ ਕਰਵਾਈਏ ਡਾਂਸ ਦੀ, ਤਾਂ ਕਿ ਉਹਦਾ ਇੰਟਰਸਟ ਖਤਮ ਨਾ ਹੋਵੇ, ਉਹ ਘਬਰਾਏ ਨਾ, ਕਿਉਂਕਿ ਉਹਨੂੰ ਨਹੀਂ ਪਤਾ ਕਿ ਉਹਨੇ ਪਹਿਲਾਂ ਇਹ ਡਾਂਸ ਕਿੱਦਾਂ ਹੋਏਗਾ। ਕਈ ਬੱਚੇ ਹੁੰਦੇ ਜਿਹੜੇ ਗ੍ਰੈਜੂਏਸ਼ਨ ਤੋਂ ਕਰੇ ਆ ਰਹੇ ਹੁੰਦੇ ਆ, ਉਹ MA ਦੇ ਵਿੱਚ ਆ ਕੇ ਥੋੜੇ ਹੋਰ ਨਿਖਰ ਕੇ ਆਉਂਦੇ, ਪਰ ਮੈਨੂੰ ਨਹੀਂ ਲੱਗਦਾ ਕਿ ਹੁਣ ਉਹਨਾਂ ਦੇ ਵਿੱਚ ਵੀ ਕੋਈ ਬਹੁਤ ਜ਼ਿਆਦਾ ਡਿਫਰੈਂਸ ਰਹਿ ਗਿਆ। ਅਸੀਂ ਉਹਨਾਂ ਨੂੰ ਐਕਸਟਰਾ ਟਾਈਮ ਦੇ ਕੇ ਪਹਿਲਾਂ ਉਹਨਾਂ ਦੇ ਬੇਸਿਕਸ ਕਲੀਅਰ ਕਰਾ ਦਿੰਦੇ ਆ, ਫਿਰ ਉਹਦੇ ਬਾਅਦ ਤਾਂ ਕਿ ਉਹ ਬੱਚਿਆਂ ਦੇ ਵਿੱਚ ਕੰਪਲੈਕਸ ਨਾ ਰੱਖਣ, ਇਸ ਕਰਕੇ ਉਹ ਉਹਨਾਂ ਦੇ ਬਰਾਬਰ ਖੜੇ ਹੋ ਜਾਂਦੇ ਆ।
ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਿੱਛੋਂ ਤੋਂ ਹੀ ਡਾਂਸ ਫੀਲਡ ਦੇ ਨਾਲ ਜੁੜੇ ਹੋ। ਜੇ ਸਾਡੇ 'ਚ ਜਨੂਨ ਹੈ ਤੇ ਅਸੀਂ ਕੁਝ ਵੀ ਕਰ ਸਕਦੇ ਹਾਂ। ਕੁਝ ਵੀ ਕਰ ਸਕਦੇ ਹਾਂ, ਉਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਤੁਸੀਂ ਸ਼ੁਰੂ ਤੋਂ ਸਬਜੈਕਟ ਅਡਾਪਟ ਕੀਤੇ ਹੋਣ। ਜੀ। ਕਿਸੇ ਵੀ ਫੀਲਡ ਤੋਂ ਆ ਕੇ ਤੁਸੀਂ ਐਮਏ ਡਾਂਸ ਕਰ ਸਕਦੇ ਹੋ। ਇੱਕ ਹੋਰ ਚੀਜ਼ ਆਪਾਂ ਦੇਖਦੇ ਹਾਂ, ਅੱਜ ਕੱਲ ਬਿਊਟੀ ਕੰਟੈਸਟ ਬੜੇ ਹੋ ਰਹੇ ਆ, ਹਾਂ। ਹੁਣ ਆਨਲਾਈਨ ਵੀ ਹੋ ਰਹੇ ਨੇ। ਬਿਲਕੁਲ। ਮਿਸ ਪੰਜਾਬਣ ਹੋ ਗਿਆ, ਮਿਸਿਸ ਪੰਜਾਬਣ ਹੋ ਗਿਆ, ਉਹਦੇ ਵਿੱਚ ਖਾਸ ਜਿਹੜਾ ਇੱਕ ਰਾਊਂਡ ਹੁੰਦਾ ਹੈ, ਡਾਂਸ ਰਾਊਂਡ ਹੁੰਦਾ ਹੈ। ਵੈਰੀ ਟਰੂ। ਉਹ ਜ਼ਰੂਰੀ ਹੁੰਦਾ ਹੈ। ਬਹੁਤ ਜ਼ਰੂਰੀ। ਕਿਉਂ ਜ਼ਰੂਰੀ ਹੁੰਦਾ ਹੈ ਤੇ ਕਿਹੜੀਆਂ ਡਾਂਸ ਫਾਰਮਸ ਉਹਦੇ ਵਿੱਚ ਜਿਹੜੀਆਂ ਦੇਖੋ ਮੈਂ ਤੁਹਾਨੂੰ ਦੱਸਾਂ, ਅਗਰ ਇਹ ਸਭ ਨੂੰ ਅਵੇਅਰਨੈਸ ਆ ਚੁੱਕੀ ਹੈ ਡਾਂਸ ਦੇ ਪ੍ਰਤੀ। ਜੀ। ਸਭ ਨੂੰ ਪਤਾ ਹੈ ਕਿ ਜਿੰਨੇ ਮੈਨੂੰ ਲੱਗਦਾ ਹੈ ਕਿ ਕੌਨਫੀਡੈਂਟ ਅਸੀਂ ਡਾਂਸਰਸ ਹੋ ਸਕਦੇ ਹਾਂ, ਅਸੀਂ ਗੱਲ ਨੂੰ ਉਹਦਾ ਕਾਰਨ ਕੀ ਹੈ, ਅਸੀਂ ਆਪਣੀਆਂ ਫੀਲਿੰਗ ਬਹੁਤ ਅੱਛੀ ਤਰ੍ਹਾਂ ਐਕਸਪ੍ਰੈਸ ਕਰ ਸਕਦੇ ਹਾਂ। ਜੀ। ਉਹਨਾਂ ਨੇ ਰਾਊਂਡ ਜਿਹੜਾ ਰੱਖਿਆ ਉਹ ਇਸੇ ਕਰਕੇ ਰੱਖਿਆ ਹੈ ਕਿ ਉਹਦੇ ਵਿੱਚ ਉਹ ਦੇਖਣਾ ਚਾਹੁੰਦੇ ਆ ਕਿ ਜਿਹੜਾ ਵੀ ਆਰਟਿਸਟ ਹੈ, ਚਾਹੇ ਉਹ ਕੋਈ ਵੀ ਮਿਸ ਪੰਜਾਬਣ ਹੈ ਜਾਂ ਕੁਝ ਵੀ ਹੈ, ਉਹਨਾਂ ਦੇ ਵਿੱਚ ਕਿੰਨਾ ਕੁ ਕੌਨਫੀਡੈਂਸ ਹੈ ਔਰ ਉਹ ਕਿੰਨੀ ਅੱਛੀ ਤਰ੍ਹਾਂ ਆਪਣੀ ਫੀਲਿੰਗਸ ਨੂੰ ਐਕਸਪ੍ਰੈਸ ਕਰ ਸਕਦੇ ਆ। ਮੈਨੂੰ ਲੱਗਦਾ ਇੱਕ ਡਾਂਸਰ ਤੋਂ ਇਲਾਵਾ ਹੋਰ ਕੋਈ ਇੰਨਾ ਵਧੀਆ ਉਹਨਾਂ ਦੇ ਲਈ ਆਪਸ਼ਨ ਨਹੀਂ ਰਹਿ ਜਾਂਦੀ, ਇਸੇ ਕਰਕੇ ਉਹਨਾਂ ਨੇ ਇਹ ਵਾਲਾ ਰਾਊਂਡ ਜਿਹੜਾ ਰੱਖਿਆ ਹੋਇਆ ਤਾਂ ਕਿ ਉਹ ਕੌਨਫੀਡੈਂਸ ਔਰ ਐਕਸਪ੍ਰੈਸ਼ਨ ਫੀਲਿੰਗਸ ਜਿਹੜੀਆਂ ਹੈਗੀਆਂ ਉਹ ਦੇਖ ਸਕਣ। ਇਸ ਕਰਕੇ ਰਾਊਂਡ ਰੱਖਿਆ ਜਾਂਦਾ। ਉਹਦੇ ਵਿੱਚ ਕੋਈ ਐਦਾਂ ਸਪੈਸ਼ਲਾਈਜੇਸ਼ਨ ਨਹੀਂ ਹੁੰਦੀ, ਉਹ ਕਿਸੇ ਵੀ ਸਟੇਟ ਦਾ ਵੀ ਹੋ ਸਕਦਾ ਹੈ। ਹੁਣ ਦੇਖੋ ਕੋਈ ਹਰ ਕਲਾਕਾਰ ਜਿਹੜਾ ਹੈਗਾ, ਜਿਹੜੇ ਵੀ ਕੰਟੈਸਟੈਂਟ ਉੱਥੇ ਆਉਂਦੇ, ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਸ਼ਾਸਤਰੀ ਨ੍ਰਿਤ ਦਾ ਗਿਆਨ ਹੋਵੇ। ਉਹ ਹੋ ਸਕਦਾ ਉੱਥੇ ਦੀ ਸਟੇਟ ਦਾ ਡਾਂਸ ਬਹੁਤ ਵਧੀਆ ਕਰਦਾ ਹੋਵੇ। ਇਸ ਕਰਕੇ ਉਹਨਾਂ ਨੂੰ ਓਪਨ ਚੋਇਸ ਦਿੱਤੀ ਜਾਂਦੀ ਹੈ ਕਿ ਤੁਸੀਂ ਕੋਈ ਵੀ ਡਾਂਸ ਫਾਰਮ ਹੈ ਉਹਨੂੰ ਪ੍ਰੈਜ਼ੈਂਟ ਕਰੋ, ਲੇਕਿਨ ਅਸੀਂ ਤੁਹਾਡੇ ਐਕਸਪ੍ਰੈਸ਼ਨ, ਤੁਹਾਡੀ ਅਸੀਂ ਫੀਲਿੰਗ, ਇਹ ਸਭ ਚੀਜ਼ਾਂ ਦੇਖਣਾ ਚਾਹੁੰਦੇ ਹਾਂ। ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਔਰ ਬਹੁਤ ਸਾਰੀ ਜਾਣਕਾਰੀ ਤੁਹਾਡੇ ਤੋਂ ਹਾਸਿਲ ਹੋਈ ਹੈ। ਜਾਂਦੇ ਥੋੜੇ ਸ਼ਬਦਾਂ ਦੇ ਵਿੱਚ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦੀ ਹਾਂ ਦੂਰਦਰਸ਼ਨ ਦਾ, ਜਿਨ੍ਹਾਂ ਨੇ ਮੈਨੂੰ ਇਹ ਮੰਚ ਦਿੱਤਾ ਤਾਂ ਕਿ ਮੈਂ ਬੱਚਿਆਂ ਨੂੰ ਅਵੇਅਰ ਕਰ ਸਕਾਂ ਕਿ ਇਹ ਫੀਲਡ ਜਿਹੜਾ ਹੈ ਬੜਾ ਖੂਬਸੂਰਤ ਫੀਲਡ ਹੈ। ਇਸ ਨੂੰ ਹੁਣ ਛੱਡੋ ਨਾ, ਇਹਨੂੰ ਹੋਰ ਜ਼ਿਆਦਾ ਵਧਾਓ ਤਾਂ ਕਿ ਅਸੀਂ ਵੀ ਇਸ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਐਕਸਪਲੋਰ ਕਰ ਸਕੀਏ, ਬਾਹਰ ਵਾਲਿਆਂ ਨੂੰ ਦਿਖਾ ਸਕੀਏ ਕਿ ਇਹ ਫੀਲਡ ਜਿਹੜਾ ਇਹ ਡਾਕਟਰ ਇੰਜੀਨੀਅਰਸ ਤੋਂ ਘੱਟ ਨਹੀਂ ਹੈ। ਅਸੀਂ ਵੀ ਇਹਦੇ ਵਿੱਚ ਬਹੁਤ ਅੱਛਾ ਕੰਮ ਕਰ ਸਕਦੇ ਹਾਂ, ਇਸ ਫੀਲਡ ਨੂੰ ਨਿਖਾਰ ਸਕਦੇ ਹਾਂ, ਆਪਣੀ ਸਪੈਸ਼ਲਾਈਜੇਸ਼ਨ ਕਰ ਸਕਦੇ ਹਾਂ। ਤੇ ਮੈਂ ਦਰਸ਼ਕਾਂ ਨੂੰ ਰਿਕੁਐਸਟ ਕਰਦੀ ਹਾਂ, ਪੇਰੈਂਟਸ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਸਾਰੇ ਜਿਹੜੇ ਹੈ ਇਸ ਫੀਲਡ ਦੇ ਨਾਲ ਜੁੜਨ ਤੇ ਆਪਣੀ ਫੀਲਿੰਗਸ ਦਿਖਾਣ। ਬਹੁਤ ਸ਼ੁਕਰੀਆ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ। ਥੈਂਕ ਯੂ। ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਤੁਹਾਡਾ ਵੀ ਬਹੁਤ ਸ਼ੁਕਰੀਆ।